ਸਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵੇਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕਾਓ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਤਾਰ ਕੇ ਮੂਰਤ ਹੈ ਜਗ ਆਇਓ। ਛਾਏ ਜਾਤੀ ਏਕਤਾ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤੋ ਸਕ ਜਾਤੇ। ਬਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦਿਓਹਰੇ ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ ਕਥਾ वेदन पुराण की। श्री गुरु गोबिंद सिंह पावन परम सूरा। श्री गुरु गोबिंद सिंह पावन परम सूर। मूरत न होती जाओ पै करना निधान की। जिसमें अमृत ज्ञान है मानक भगत वैराग। श्री गुरु ग्रंथ साहिब उदद बंदों कार अनुराग। श्री गुर शब्द कमाए जैन जीते पंच विकार। तिन संतन कौ बंदना सिर चरणन पार तार। एक अंकारा सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। सतनाम श्री वाहिगुरु जी। कबित फिरे चार ओर मैं लाहौरपुर गए पुन। कहो बहु लोकन मैं दिल्ली हूँ ते आए हैं। चंदू के मनिंद हम खोजत बिलंद फिरे। प्राप्त न भयो बहु थान में सुनाए हैं। फिर चार ओर मैं लाहौरपुर गए पुन। वाहिगुरु जी का खालसा वाहिगुरु जी की फतेह। परम सन्मान सत्कार योग जुगो जुग अटल शब्द गुरु चवर तख्त छतर दे मालक।
ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦਮ ਉਪਰਾਲੇ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਪਰਸਨ ਕਰਕੇ ਸਤਿਗੁਰੂ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਦੀ ਮਹਾਨ ਗੁਰਸੰਗਤ ਦੀ ਪ੍ਰਾਪਤੀ ਹੋ ਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਸ਼ੁਭ ਅਵਸਰ ਸ਼ੁਭ ਸਮਾਂ ਪ੍ਰਾਪਤ ਹੋਇਆ ਹੈ। ਸਾਹਿਬਾਂ ਜੀ ਦੇ ਮਹਾਨ ਪਾਵਣੇ ਅਸਥਾਨ 'ਤੇ ਲੜੀਵਾਰ ਸਤਿਗੁਰੂ ਦੇ ਜੀਵਨ ਬਿਰਤਾਂਤ ਜੀਵਨ ਕੌਤਕਾਂ ਦੀ ਜੀਵਨ ਸਮਾਚਾਰ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਿੱਖ ਸੰਗਤਾਂ ਨੂੰ ਉਤਾਰ ਰਹੇ ਹਨ। ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਇਸੇ ਸਮੇਂ ਦੌਰਾਨ ਹੀ ਭਾਈ ਸਾਹਿਬ ਜੀ ਨੇ ਗੁਰੂ ਕੇ ਇਤਿਹਾਸ ਦੀ ਚੌਥੀ ਰਾਸ ਪ੍ਰਾਰੰਭ ਕਰਦਿਆਂ ਹੋਇਆਂ ਮੇਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਣਾ ਦਿੱਲੀ ਦੇ ਬਾਦਸ਼ਾਹ ਦੇ ਦੀਵਾਨ ਚੰਦੂ ਦੀ ਲੜਕੀ ਸਦਾ ਕੌਰ ਵਾਸਤੇ ਲਾਗੀ ਲੋਕਾਂ ਦਾ ਬ੍ਰਾਹਮਣ ਪੰਡਤ ਦਾ ਵਰ ਦੀ ਭਾਲ ਵਿੱਚ ਦਿੱਲੀ ਤੋਂ ਤੁਰਨਾ ਨਗਰਾਂ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਪੁੱਛਦਿਆਂ ਪਛਾਉਂਦਿਆਂ ਹੋਇਆਂ ਅਸੀਂ ਬਾਦਸ਼ਾਹ ਦੇ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ ਹੈ। ਤਿੰਨ ਗੱਲਾਂ ਉਸਨੇ ਰਿਸ਼ਤਾ ਕਰਨ ਤੋਂ ਪਹਿਲਾਂ ਵੇਖਣ ਵਾਸਤੇ ਕਹੀਆਂ ਨੇ। ਇੱਕ ਤਾਂ ਧਨ ਵਿਭੂਤੀ ਸੰਪਤੀ ਬਹੁਤ ਹੋਵੇ, ਦੂਜੀ ਗੱਲ ਕੁਲ ਉੱਚੀ ਖਾਨਦਾਨ ਘਰਾਣਾ ਚੰਗਾ ਹੋਵੇ, ਤੀਜੀ ਗੱਲ ਹੈ ਕਿ ਜਿਹੜਾ ਵਰ ਹੈ ਲੜਕਾ ਉਹ ਸੋਹਣਾ ਸੁਨੱਖਾ ਸੁੰਦਰ ਖੂਬਸੂਰਤ ਹੋਵੇ। ਜਿੱਥੇ ਤਿੰਨ ਚੀਜ਼ਾਂ ਮਿਲਦੀਆਂ ਹੋਣ ਉੱਥੇ ਮੇਰੀ ਬੱਚੀ ਦਾ ਤੁਸੀਂ ਮੰਗਣਾ ਕਰ ਦੇਣਾ, ਸਗਾਈ ਕਰ ਦੇਣੀ। ਲਾਗੀ ਲੋਕ ਜਿਉਂ ਦਿੱਲੀ ਤੋਂ ਤੁਰੇ ਨਗਰਾਂ ਵਿੱਚੋਂ ਦੀ ਸ਼ਹਿਰਾਂ ਵਿੱਚੋਂ ਦੀ ਗੁਜ਼ਰਦੇ ਆਏ। ਕਿਤੇ ਮਾਇਆ ਬਹੁਤ ਮਿਲ ਜਾਂਦੀ ਹੈ, ਖਾਨਦਾਨ ਚੰਗਾ ਨਹੀਂ ਮਿਲਦਾ, ਕਿਤੇ ਖਾਨਦਾਨ ਚੰਗਾ ਨਹੀਂ ਮਾਇਆ ਬਹੁਤ ਹੈ, ਕਿਤੇ ਦੋਵੇਂ ਚੀਜ਼ਾਂ ਇਕੱਠੀਆਂ ਮਿਲ ਜਾਂਦੀਆਂ ਹਨ, ਲੜਕਾ ਜਿਹੜਾ ਵਰ ਉਹ ਸੋਹਣਾ ਨਹੀਂ ਮਿਲਦਾ। ਉੱਥੇ ਕੁਰੂਪਤਾ ਨਜ਼ਰ ਆਉਂਦੀ ਹੈ, ਫਿਰ ਗੱਲ ਵਿੱਚੇ ਰਹਿ ਜਾਂਦੀ ਹੈ। ਇਸ ਤਰ੍ਹਾਂ ਫਿਰਦੇ ਤੁਰਦੇ ਵਰ ਦੀ ਭਾਲ ਕਰਦੇ ਹੋਏ ਲਾਗੀ ਲੋਕ ਲਾਹੌਰ ਸ਼ਹਿਰ ਵਿੱਚ ਜਾ ਕਰਕੇ ਪਹੁੰਚੇ। ਫਿਰ ਅਖੀਰ ਗੁਰੂ ਕੀ ਨਗਰੀ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਆ ਕੇ ਪਹੁੰਚੇ ਹਨ। ਔਰ ਜਿਵੇਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਆਉਣ ਦਾ ਮਕਸਦ, ਆਪਣੇ ਆਉਣ ਦਾ ਮਨੋਰਥ ਦੱਸਿਆ ਹੈ। ਭਾਈ ਸਾਹਿਬ ਜੀ ਕਵੀ ਰਾਜ, ਕਵੀ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮਾਨ, ਇਹ ਸਾਰਾ ਗੁਰੂ ਕਾ ਇਤਿਹਾਸ ਜਿਵੇਂ
ਛੰਦਾਬੰਦੀ ਵਿੱਚ ਉਚਾਰਨ ਕਰਦਿਆਂ ਬਿਰਜ ਭਾਸ਼ਾ ਦੇ ਅੰਦਰ ਵਰਣਨ ਕੀਤਾ ਹੈ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਫਿਰੇ ਚਾਰ ਓਰ ਮੈਂ ਲਾਹੌਰਪੁਰ ਗਏ ਪੁਨ, ਕਹਿਓ ਬਹੁ ਲੋਕਨ ਮੈਂ ਦਿੱਲੀ ਹੂੰ ਤੇ ਆਏ ਹੈ। ਦੀਵਾਨ ਚੰਦੂ ਦਾ ਕੱਲਿਆ ਹੋਇਆ ਪ੍ਰੋਤ ਪੰਡਤ ਨਾਲ ਨਾਈ ਨੂੰ ਲੈ ਕੇ ਹੋਰ ਸੇਵਾਦਾਰਾਂ ਨੂੰ ਲੈ ਕਰਕੇ ਦਿੱਲੀ ਤੋਂ ਚੱਲਿਆ। ਚਲਦੇ ਚਲਦੇ ਵਰ ਲੱਭਦੇ ਭਾਲਦੇ ਹੋਏ ਅਖੀਰ ਫੇਰੇ ਚਾਰ ਓਰ ਮੈਂ, ਚੌਵਾਂ ਕੁੰਟਾਂ ਚੌਵਾਂ ਦਿਸ਼ਾਵਾਂ ਵਿੱਚ ਆਸੇ ਪਾਸੇ ਸਾਰੇ ਥਾਵਾਂ ਤੇ ਗਏ। ਫਿਰਦੇ ਫਿਰਦੇ ਲਾਹੌਰਪੁਰ ਗਏ ਪੁਨ। ਲਾਹੌਰ ਸ਼ਹਿਰ ਪ੍ਰਸਿੱਧ ਨਗਰ, ਵੱਡਾ ਨਗਰ ਜੋ ਲੰਮੇ ਸਮੇਂ ਤੋਂ ਮੁਗਲਾਂ ਦੀ ਰਾਜਧਾਨੀ ਰਿਹਾ ਹੈ। ਸੋ ਉਸ ਵੱਡੇ ਲਾਹੌਰ ਸ਼ਹਿਰ ਵਿੱਚ ਜਾ ਪਹੁੰਚੇ। ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਆਖਿਆ, ਕੀ ਆਖਿਆ ਉਹਨੇ? ਦਿੱਲੀ ਹੋਂ ਤੇ ਆਏ ਹੈ, ਅਸੀਂ ਦਿੱਲੀ ਸ਼ਹਿਰ ਤੋਂ ਆਏ ਹਾਂ। ਆਉਣ ਦਾ ਮਕਸਦ ਕੀ ਹੈ ਉਹ ਵੀ ਸੁਣੋ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ, ਫਿਰ ਪ੍ਰਾਪਤ ਨ ਭਇਓ ਬਹੁ ਥਾਨ ਮੈਂ ਸੁਨਾਏ ਹੈ। ਕਾਰਨ ਇਹ ਹੈ ਆਉਣ ਦਾ ਕਿ ਅਸੀਂ ਬਾਦਸ਼ਾਹ ਦੇ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ। ਪਰ ਚੰਦੂ ਕੇ ਮਨਿੰਦ ਹੁੰਦਾ ਸਦਰਸ਼, ਬਰਾਬਰ, ਉਹਦੇ ਵਰਗਾ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ ਫਿਰੇ। ਬਿਲੰਦ ਬਹੁਤ ਸਾਰੇ ਥਾਵਾਂ ਤੇ ਅਸੀਂ ਲੱਭਦੇ ਭਾਲਦੇ ਖੋਜਦੇ ਫਿਰੇ, ਪਰ ਚੰਦੂ ਦੇ ਬਰਾਬਰ ਧਨ ਮਾਲ ਵਿਭੂਤੀ ਵਿੱਚ ਸਾਨੂੰ ਕੋਈ ਨਹੀਂ ਮਿਲਿਆ। ਪ੍ਰਾਪਤ ਨ ਭਇਓ ਬਹੁ ਥਾਨ ਮੈਂ ਸੁਨਾਏ ਹੈ। ਸਾਨੂੰ ਨਹੀਂ ਲੱਭਾ ਉਹਦੇ ਵਰਗਾ ਕੋਈ, ਉਹਦੀ ਜਿਵੇਂ ਧਨ ਵਿਭੂਤੀ ਸੰਪਤੀ ਬਹੁਤ ਜ਼ਿਆਦੀ ਹੈ। ਬੜੇ ਥਾਵਾਂ ਤੇ ਲੋਕਾਂ ਨੂੰ ਅਸੀਂ ਸੁਣਾ ਕੇ ਦੱਸਿਆ ਕਿ ਕੋਈ ਉਹਦੇ ਬਰਾਬਰ ਦਾ ਹੋਵੇ, ਜਿੱਥੇ ਅਸੀਂ ਇਸ ਚੰਦੂ ਦੀ ਲੜਕੀ ਦਾ ਮੰਗਣਾ ਕਰ ਸਕੀਏ। ਪਰ ਅਜੇ ਤੱਕ ਸਾਨੂੰ ਕੋਈ ਲੱਭਾ ਨਹੀਂ, ਕੋਈ ਮਿਲਿਆ ਨਹੀਂ ਹੈ। ਹੋਤੇ ਕੁਛ ਸਿੱਖ ਤਿਨੋ ਗੁਰੂ ਕੀ ਸਿਫਤ ਕੀਨ, ਧਨ ਆਨ ਗਾਨ ਨਿਤ ਸੰਗਤ ਚੜਾਏ ਹੈ। ਲਾਹੌਰ ਸ਼ਹਿਰ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ। ਦੁਨੀ ਚੰਦ ਲਾਹੌਰ ਦਾ ਹੀ ਰਹਿਣ ਵਾਲਾ ਸੀ, ਜਿਹੜਾ ਬਘਿਆੜ ਦੀ ਜੋਨ ਵਿੱਚ ਪਏ ਹੋਏ ਪਿਓ ਦੇ ਵਾਸਤੇ ਸਰਾਧ ਕਰੀ ਬੈਠਾ ਸੀ। ਤੇ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਸੀ, ਬਾਬਤ ਤੇਰਾ ਕਈ ਦਿਨਾਂ ਤੋਂ ਭੁੱਖਾ ਬੈਠਾ ਹੈ, ਤੇਰਾ ਸਰਾਧ ਕੀ ਆਂਦਾ ਹੈ? ਤੇ ਸਾਹਿਬਾਂ ਫਿਰ ਘੱਲਿਆ ਸੀ, ਜਾ ਕੇ ਉਹਨੂੰ ਭੋਜਨ ਛਕਾ। ਸਾਹਿਬਾਂ ਨੇ ਕਿਰਪਾ ਕਰਕੇ ਉਸ ਦੀ ਕਲਿਆਣ ਕੀਤੀ ਸੀ। ਉਹ ਲਾਹੌਰ ਸ਼ਹਿਰ ਜਿਹਦੇ ਬਾਰੇ ਸਾਹਿਬਾਂ ਕਿਹਾ ਬਚਨ ਬਾਣੀ ਵਿੱਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਉਸ ਲਾਹੌਰ ਵਿੱਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਸਿੱਖੀ ਦੇ ਬੂਟੇ ਲਾਏ, ਸਿੱਖੀ ਨੂੰ ਪ੍ਰਫੁੱਲਤ ਕੀਤਾ, ਸਿੱਖੀ ਨੂੰ ਪ੍ਰਗਟ ਕੀਤਾ। ਉਹ ਲਾਹੌਰ ਸ਼ਹਿਰ ਜਿੱਥੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਚੂਨੀ ਮੰਡੀ ਬਾਜ਼ਾਰ ਵਿੱਚ ਆਗਮਨ ਹੋਇਆ, ਪ੍ਰਕਾਸ਼ ਹੋਇਆ। ਗੁਰੂ ਵਰਸਾਈ ਨਗਰੀ, ਉਸ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਕੇ ਸਿੱਖ ਰਹਿੰਦੇ ਸਨ। ਉਹਨਾਂ ਸਿੱਖਾਂ ਨੂੰ ਜਦੋਂ ਇਹਨਾਂ ਗੱਲ ਦੱਸੀ, ਆਪਣਾ ਮਕਸਦ ਦੱਸਿਆ, ਉਹਨਾਂ ਅੱਗੋਂ ਸਤਿਗੁਰੂ ਪਾਤਸ਼ਾਹ ਦੀ ਬੜੀ ਸਿਫਤ ਕੀਤੀ, ਵਡਿਆਈ ਕੀਤੀ। ਕੀ ਆਖਿਓ ਨੇ? ਧਨ ਅਨ ਗਾਨ ਨਿਤ ਸੰਗਤ ਚੜਾਏ ਹੈ, ਕਿ ਸਤਿਗੁਰੂ ਪਾਤਸ਼ਾਹ ਦਾ ਦਰਬਾਰ ਬੜਾ ਮਹਾਨ ਹੈ। ਅਣਗਿਣਤ ਸੰਗਤਾਂ ਬੇਅੰਤ ਧਨ ਮਾਇਆ ਵਿਭੂਤੀ ਸਤਿਗੁਰੂ ਨੂੰ ਅਰਪਣ ਕਰਦੀਆਂ ਹਨ। ਉੱਤਮ ਮਹਾਨ ਜਿਨੈ ਮਾਨਤ ਜਹਾਨ ਬਹੁ, ਜ਼ਾਹਰ ਵਿਸ਼ਾਲ ਜਸ ਸਭ ਤੇ ਸੁਹਾਏ ਹੈ। ਤੇ ਸਤਿਗੁਰੂ ਪਾਤਸ਼ਾਹ ਦਾ ਘਰ ਜਿਹੜਾ ਬੜਾ ਉੱਤਮ ਬੜਾ ਮਹਾਨ ਹੈ, ਜਿਹਨੂੰ ਸਾਰਾ ਜਹਾਨ ਮੰਨਦਾ ਹੈ। ਜ਼ਾਹਰ ਵਿਸਾਲ, ਫਿਰ ਲੁਕਿਆ ਛੁਪਿਆ ਨੇ, ਪ੍ਰਤੱਖ ਸਾਖਸ਼ਾਤ ਪ੍ਰਗਟ ਹੈ ਸਤਿਗੁਰੂ ਦਾ ਸਥਾਨ, ਗੁਰੂ ਦਾ ਦਰਬਾਰ ਸਭ ਤੇ ਸੁਹਾਏ ਹੈ। ਸਾਰਿਆਂ ਤੋਂ ਬਹੁਤ ਵੱਡੀ ਸ਼ੋਭਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ। ਕਵਿਤ ਧਨ ਅਰ ਬੰਸ ਤੋ ਬਿਦਤ ਜਿਮ ਕਹਿਓ ਤਿਮ,
ਤਿਨ ਕੇ ਸਪੁੱਤਰ ਭਇਓ ਤਾਂ ਕੀ ਸੁਨ ਗਾਥ ਕੋ। ਉਹਨਾਂ ਲਾਹੌਰ ਵਾਸੀ ਸਿੱਖਾਂ ਨੇ ਚੰਦੂ ਦੇ ਲਾਗੀਆਂ ਦੇ ਤਾਈਂ ਗੁਰੂ ਘਰ ਦੀ ਸਿਫਤ ਕਰਦਿਆਂ ਦੱਸਿਆ, ਧਨ ਅਰ ਬੰਸ ਦੋ ਚੀਜ਼ਾਂ ਤੁਸੀਂ ਪਹਿਲਾਂ ਵੇਂਦੇ ਹੋ ਕਿ ਅਗਲੇ ਕੋਲ ਪੈਸਾ ਧਨ ਕਿੰਨਾ, ਫਿਰ ਤੁਸੀਂ ਵੇਂਦੇ ਹੋ ਅਗਲੇ ਦਾ ਕੁਲ ਖਾਨਦਾਨ ਅੰਸ਼ ਬੰਸ ਕਿਹੋ ਜਿਹਾ, ਚੰਗਾ ਘਰਾਣਾ ਲੱਭਦੇ ਹੋ। ਤੀਜੀ ਗੱਲ ਤੁਸੀਂ ਫਿਰ ਵਰ ਲੱਭਦੇ ਹੋ ਸੋਹਣਾ ਸੁਨੱਖਾ, ਤੇ ਗੁਰੂ ਘਰ ਵਿੱਚ ਇਹ ਤਿੰਨੇ ਚੀਜ਼ਾਂ ਹੀ ਪ੍ਰਾਪਤ ਹਨ। ਅੰਸ਼ ਬੰਸ ਵੀ ਸਤਿਗੁਰੂ ਕਿਆਂ ਦੀ ਬਹੁਤ ਉੱਚੀ ਹੈ, ਧਨ ਵਿਭੂਤੀ ਦੀ ਵੀ ਕੋਈ ਕਮੀ ਨਹੀਂ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਾਹਿਬਜ਼ਾਦਾ ਤਾਕੀ ਸੁਣ ਗਾਥ ਕੋ, ਉਹਦੀ ਗਾਥ ਉਹਦੀ ਕਥਾ ਸੁਣੋ ਕਿ ਕਿਹੋ ਜਿਹੀ ਉਹਦੀ ਸੁੰਦਰਤਾ ਢੀਲ ਡੌਲ ਹੈ, ਉਹਦੀ ਬਾਰੇ ਸੁਣਨਾ ਕਰੋ। ਰਾਜ ਚਿੰਨ ਅੰਗ ਮੈਂ ਅਨੰਗ ਕੋ ਸਰੂਪ ਮਨ, ਬਾਹੂ ਹੈ ਪਰਲੰਬ ਮੁਖ ਰੂਪ ਨਿਸਨਾਥ ਕੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਸਿਫਤ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਕੀ ਆਖਿਆ, ਕਹਿਣ ਲੱਗੇ ਲਾਗਿਓ ਰਾਜ ਚਿੰਨ ਅੰਗ ਮੈਂ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਰੀਰ ਦੇ ਅੰਗਾਂ ਦੇ ਉੱਪਰ ਰਾਜ ਭਾਗ ਦੇ ਚਿੰਨ ਪ੍ਰਗਟ ਨੇ, ਨਿਸ਼ਾਨੀਆਂ ਪ੍ਰਗਟ ਹਨ ਕਿ ਉਹਨਾਂ ਨੇ ਸ਼ਹਿਨਸ਼ਾਹਾਂ ਦੀ ਤਰ੍ਹਾਂ ਸੰਸਾਰ ਵਿੱਚ ਵਿਚਰਨਾ ਹੈ। ਅਨੰਗ ਕੋ ਸਰੂਪ ਮਾਨੋ, ਅਨੰਗ ਨਾਮ ਹੈ ਕਾਮਦੇਵ ਦਾ। ਕਾਮਦੇਵ ਦੁਨੀਆ ਵਿੱਚੋਂ ਬੜਾ ਸੋਹਣਾ ਮੰਨਿਆ, ਜਿਵੇਂ ਯੂਸਫ ਨੂੰ ਲੋਕ ਸੋਹਣਾ ਕਹਿੰਦੇ ਸਨ, ਕਾਮ ਦੇਵਤਾ ਸਭ ਤੋਂ ਸੁੰਦਰ ਮੰਨਿਆ। ਆਖਣ ਲੱਗੇ ਉਹ ਮਨ ਹੋਇਓ ਸਮਝੋ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਕਾਮ ਅਨੰਗ ਕੋ ਸਰੂਪ ਮਾਨੋ, ਕਾਮਦੇਵ ਦਾ ਹੀ ਸਰੂਪ ਨੇ। ਲੱਖਾਂ ਕਾਮਦੇਵ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰੂਪ ਦੀ ਬਰਾਬਰੀ ਨਹੀਂ ਕਰ ਸਕਦੇ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਵਿਤਾ ਲਿਖਦਿਆਂ ਹੋਇਆਂ ਗੁਰੂ ਕੇ ਇਤਿਹਾਸ ਦੀ 9 ਰਸ ਕਵਿਤਾ ਵਿੱਚ ਭਰੇ ਨੇ। ਇਹ ਸ਼ਿੰਗਾਰ ਰਸ ਦੀ ਕਵਿਤਾ ਹੈ। ਸ਼ਿੰਗਾਰ ਰਸ ਉਹ ਹੁੰਦਾ ਹੈ ਜਿਸ ਵਿੱਚ ਬੜੀ ਉਪਮਾ ਵਡਿਆਈ ਸਿਫਤ ਸਲਾਹ ਜਸ ਕੀਰਤੀ ਕੀਤੀ ਜਾਏ। ਸਰੂਪ ਨੂੰ ਵਰਣਨ ਕਰਦਿਆਂ ਹੋਇਆਂ ਸੁਰਤ ਦੀ ਉਡਾਰੀ ਬੜੀ ਉੱਚੀ ਚਲੀ ਜਾਏ। ਇਹ ਕਵਿਤਾ ਭਾਈ ਸਾਹਿਬ ਜੀ ਨੇ ਕਵਿਤਾ ਵਿੱਚ ਉਚਾਰਨ ਕੀਤਾ ਹੈ। ਗੁਰੂ ਕਾ ਇਤਿਹਾਸ ਜਿਨ੍ਹਾਂ ਦੀ ਆਪਣੀ ਚਾਲ ਆਪਣੀ ਵੰਨਗੀ ਹੈ। ਦੱਸ ਰਹੇ ਨੇ ਸਿੱਖ ਕਿ ਮਾਨੋ ਕਾਮਦੇਵ ਦਾ ਹੀ ਸਰੂਪ ਨੇ। ਬਾਹੂ ਹੈ ਪ੍ਰਲੰਬ, ਬਾਹੂ ਹੁੰਦੀਆਂ ਬਾਹਾਂ। ਉਸ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਹਿਬਜ਼ਾਦਾ ਲਾਲ ਸਤਿਗੁਰੂ ਦੀਆਂ ਬਾਹਾਂ ਭੁਜਾਵਾਂ ਬੜੀਆਂ ਲੰਬੀਆਂ ਨੇ। ਮੁੱਖ ਰੂਪ ਨਿਸ ਨਾਥ ਕੋ, ਨਿਸ ਰਾਤ, ਨਾਥ ਹੁੰਦਾ ਸੁਆਮੀ, ਰਾਤ ਦਾ ਸੁਆਮੀ ਕੌਣ ਹੁੰਦਾ? ਚੰਦਰਮਾ। ਗੁਰੂ ਅਰਜਨ ਦੇ ਪਾਤਸ਼ਾਹ ਦੇ ਪੁੱਤਰ ਸਾਹਿਬਜ਼ਾਦਾ ਜੀ ਦਾ ਜਿਹੜਾ ਮੁਖੜਾ ਹੈ ਉਹ ਪੂਰਨਮਾਸ਼ੀ ਦੇ ਚੰਦਰਮੇ ਦੀ ਤਰ੍ਹਾਂ ਬਹੁਤ ਭਾਰੀ ਸ਼ੋਭਾ ਵਾਲਾ ਹੈ। ਲੋਚਨ ਵਿਸ਼ਾਲ ਤੇ ਬੇਲੋਕਤ ਨਿਹਾਲ ਕਰੈ, ਚਾਰ ਔਰ ਸੰਗਤਾਂ ਨਿਵਾਵੇ ਪਗ ਮਾਤ ਕੋ। ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਲੋਚਨ ਨੇਤਰ ਨੇ ਵਿਸ਼ਾਲ ਹੁੰਦੇ, ਚੌੜੇ ਚੌੜੇ ਨੇਤਰ ਨੇ, ਮੋਟੀਆਂ ਮੋਟੀਆਂ ਅੱਖਾਂ ਨੇ, ਤੇ ਜਦੋਂ ਤੱਕਦੇ ਨਾ ਕਟਾਕਸ਼ ਨਿਗਾਹ ਦੇ ਨਾਲ, ਮਿਹਰ ਦੀ ਨਿਗਾਹ ਨਾਲ ਤੱਕਦੇ, ਚਾਰ ਚਫੇਰੇ ਵੇਖਦੇ, ਦਾਸਾਂ ਦੇ ਸੇਵਕਾਂ ਦੇ ਦੁੱਖ ਕੱਟ ਦਿੰਦੇ ਨੇ। ਸੇਵਕ ਤੇ ਦਾਸ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦੀਦਾਰ ਕਰਕੇ ਨਿਹਾਲ ਹੋ ਜਾਂਦੇ ਹਨ। ਸੋਤਾ ਕੇ ਸਹਿਤ ਚੰਦੂ ਭਾਗ ਜੇ ਸਹਿਤ ਹੋਏ, ਬਨੈ ਸੰਬੰਧ ਤਬ ਸਤਿਗੁਰੂ ਸਾਥ ਕੋ। ਚਾਰੇ ਔਰ ਸੰਗਤਾਂ ਨਿਵਾਵੇ ਪਗ ਮਾਥ ਕੋ। ਚਾਰੇ ਦਿਸ਼ਾਵਾਂ ਤੇ ਆਈਆਂ ਚਾਰ ਚਫੇਰਿਓਂ ਸੰਗਤਾਂ ਉਸ ਮਹਾਨ ਸਤਿਗੁਰੂ ਦੇ ਚਰਨਾਂ ਤੇ ਸਿਜਦੇ ਕਰਦੀਆਂ, ਨਮਸਕਾਰਾਂ ਕਰਦੀਆਂ, ਡੰਡੌਤ ਕਰਦੀਆਂ, ਵਾਰੀ ਨਹੀਂ ਵੱਜਦੀ। ਤੇ ਲਾਗਿਓ ਜੇਕਰ ਕਿਤੇ ਸੰਬੰਧ ਬਣ ਜਾਵੇ ਨਾ ਉਸ ਘਰ ਦੇ ਨਾਲ, ਸੁਤਾ ਕੇ ਸਹਿਤ ਚੰਦ ਭਾਗ ਜੇ ਮਹਿਤ ਹੋਏ, ਤਦੋਂ ਸੰਬੰਧ ਬਣੇਗਾ ਜੇਕਰ ਚੰਦੂ ਦੀ ਪੁੱਤਰੀ ਸਦਾ ਕੌਰ ਦੇ ਸਮੇਤ ਚੰਦੂ ਦੇ ਵੱਡੇ ਭਾਗ ਹੋਣ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਘਰ ਨਾਲ ਸੰਬੰਧ ਨਹੀਂ ਬਣ ਸਕੇਗਾ। ਬਣੇ ਸੰਬੰਧ ਤਬ ਸਤਿਗੁਰੂ ਸਾਥ ਕੋ। ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸੰਬੰਧ ਬਣੇਗਾ ਜੇਕਰ ਇਹਨਾਂ ਦੇ ਭਾਗਾਂ ਨੇ ਸਾਥ ਦਿੱਤਾ। ਸਿੱਖ ਜਾਣਦੇ ਸਨ ਕਿ ਭਾਗਾਂ ਤੋਂ ਬਿਨਾਂ ਤਾਂ ਗੁਰੂ ਦਾ ਦੀਦਾਰ ਨਹੀਂ ਹੁੰਦਾ, ਤੇ ਇਹਨਾਂ ਤਾਂ ਆਪਣੀ ਬੱਚੀ ਗੁਰੂ ਘਰ ਦੇਣੀ ਹੈ। ਫਿਰ ਉਹਨੇ
ਗੁਰੂ ਦੀ ਪਤਨੀ ਬਣ ਕੇ ਮਾਂ ਵਾਲਾ ਰੁਤਬਾ ਹਾਸਲ ਕਰਨਾ ਹੈ। ਤੇ ਇਹ ਤਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਭਾਗਾਂ ਨੇ ਕਰਮਾਂ ਨੇ ਸਾਥ ਨਾ ਦਿੱਤਾ ਤੇ ਇਹ ਸੰਬੰਧ ਨਹੀਂ ਬਣੇਗਾ। ਕਵਿਤ ਸੋਨ ਦਿਜਵਰ ਔਰ ਹਰਖ ਆਦਿਕ ਧਾਰ ਰੂਰੋ ਬਾਰ ਗੁਰੂ ਪਾਇਓ ਵਿਚਰਤ ਗਏ ਹਾਰ। ਬ੍ਰਾਹਮਣ ਨੇ ਅਜੇ ਵੇਖਿਆ ਨਹੀਂ ਸੀ ਪਰ ਸਿਆਣਾ ਬੜਾ ਸੀ ਇਹ ਪੰਡਤ। ਜਦੋਂ ਇਹਨੇ ਲੱਛਣ ਸੁਣੇ ਨਾ ਕਿ ਆਹ ਲੱਛਣ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਹਿਬਜ਼ਾਦਾ ਦੇ ਸਰੀਰ ਦੇ ਵਿੱਚ, ਆਹ ਨਿਸ਼ਾਨੀਆਂ ਨੇ, ਤੇ ਪੰਡਤ ਬੜਾ ਸਿਆਣਾ ਸੀ, ਸਮਝ ਗਿਆ ਕਿ ਉਹ ਕੋਈ ਆਮ ਨਹੀਂ ਹੋਣਗੇ, ਉਹ ਤਾਂ ਅਵਤਾਰੀ ਪੁਰਸ਼ ਹਨ। ਸੁਣ ਕਰਕੇ ਬ੍ਰਾਹਮਣ ਖੁਸ਼ੀ ਨਾਲ ਉਹਦਾ ਔਰ ਹਿਰਦਾ ਭਰ ਗਿਆ, ਬੜਾ ਪ੍ਰਸੰਨ ਹੋਇਆ ਤੇ ਮਨ 'ਚ ਸੋਚਣ ਲੱਗਾ। ਕੀ ਸੋਚਿਓ ਸੋ ਰੂਰੋ ਬਾਰ ਗੁਰੂ ਪਾਇਓ, ਮੈਂ ਗੁਰੂ ਨੂੰ ਉਹ ਵਰ ਪਾ ਲਿਆ ਜਿਹੜਾ ਰੂਰੋ ਵਰ, ਰੂਰੋ ਹੁੰਦਾ ਸੋਹਣਾ ਸੁੰਦਰ, ਸੁੰਦਰ ਵਰ ਗੁਰੂ ਨੂੰ ਪਾ ਲਿਆ। ਵਿਚਰਤ ਗਏ ਹਾਰ, ਅਸੀਂ ਤਾਂ ਹੰਬ ਗਏ ਸੀ ਇਹੋ ਜਿਹਾ ਵਰ ਲੱਭਦੇ ਲੱਭਦੇ, ਤੇ ਹੁਣ ਸਾਨੂੰ ਕਿਤੇ ਸੋਹਣਾ ਵਰ ਮਿਲਿਆ ਹੈ ਗੁਰੂ ਘਰ ਵਿੱਚੋਂ। ਰੂਪਵਤੀ ਕਨਿਆ ਹੁਤੀ ਬਾਲਕ ਸੁਨਿਓ ਸੋ ਤੈਸੋ ਦੇਰ ਨ ਬਨਤ ਅਬ ਗਮਨ ਤਿਨੋ ਕੇ ਦਵਾਰ। ਤੇ ਕਹਿ ਰਿਹਾ ਹੈ ਕਿ ਚੰਦੂ ਦੀ ਬੇਟੀ ਜਿਹੜੀ ਸਦਾ ਕੌਰ ਰੂਪਵਤੀ, ਬੜੀ ਸੋਹਣੀ ਸੁੰਦਰ ਸਰੂਪ ਵਾਲੀ ਖੂਬਸੂਰਤ ਲੜਕੀ ਹੈ। ਤੇ ਸੁਣਿਆ ਕਿ ਹੁਣ ਬਾਲਕ ਵੀ ਵਰ ਵੀ ਉਹੋ ਜਾਈ ਹੈ। ਹੁਣ ਡੇਰ ਨਹੀਂ ਬਣਦੀ, ਬਸ ਅਬ ਗਮਣੇ ਤੁਨ ਕੇ ਦੁਆਰ, ਛੇਤੀ ਨਾਲ ਉਹਨਾਂ ਦੇ ਦੁਆਰੇ ਤੇ ਚੱਲ ਕੇ ਜਾਈਏ, ਲਾਹੌਰੋਂ ਚਾਲਾ ਪਾ ਕੇ ਤੇ ਅੰਮ੍ਰਿਤਸਰ ਪਹੁੰਚੀਏ, ਭਲੇ ਕੰਮ ਵਿੱਚ ਡੇਰ ਕਿਉਂ ਕਰਨੀ ਹੈ। ਜਾਨ ਪੈ ਅਰੂਢ ਕਰ ਆਨੰਦ ਅਗੂਢ ਕਰ, ਪੰਥ ਮੈਂ ਪਿਆਨੇ ਬਾਤ ਚਿੱਤ ਮੈਂ ਵਿਚਾਰ ਚਾਰ। ਜਾਨ ਕਹਿੰਦੇ ਨੇ ਘੋੜੇ ਨੂੰ। ਘੋੜੇ ਤੇ ਸਵਾਰ ਹੋਇਆ ਪੰਡਤ ਆਪਣੇ ਸਾਥੀਆਂ ਸਮੇਤ ਨਾਲ ਲੈ ਕੇ, ਬੜੇ ਖੁਸ਼ੀ ਆਨੰਦ ਚਾਵਾਂ ਨਾਲ ਭਰਿਆ ਹੋਇਆ ਲਾਹੌਰ ਤੋਂ ਚਾਲਾ ਪਾਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਤੇ ਤੁਰ ਪਏ। ਰਾਹ ਵਿੱਚ ਆਉਂਦਿਆਂ ਸੋਚਦਾ ਵਿਚਾਰਦਾ ਆਉਂਦਾ ਹੈ। ਰਾਮਦਾਸ ਪੁਰੀ ਮੈਂ ਪ੍ਰਵੇਸ਼ ਭਏ ਆਨ ਕਰ, ਸੋਧਾ ਸਾਰ ਹੀਰ ਕੈ ਪ੍ਰਸੰਨਤਾ ਵਿਸ਼ੇਸ਼ ਧਾਰ। ਚੌਥੇ ਪਾਤਸ਼ਾਹ ਸ਼ਾਹੇ ਸ਼ਹਿਨਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਪਹੁੰਚ ਗਏ। ਪ੍ਰਵੇਸ਼ ਹੋ ਕੇ ਆ ਕੇ ਜਾ ਕੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਨਾ, ਭਾਈ ਸਾਹਿਬ ਕਹਿੰਦੇ ਸੋਧਾ ਸਾਰ ਹੀਰ ਕੈ ਅੰਮ੍ਰਿਤ ਸਰੋਵਰ, ਜਲ ਨਾਲ ਠਾਠਾਂ ਮਾਰਦਾ, ਸੋਹਣੀਆਂ ਲਹਿਰਾਂ ਉੱਠਦੀਆਂ, ਸੋਹਣੀਆਂ ਤਰੰਗਾਂ ਪੈਦਾ ਹੋ ਰਹੀਆਂ, ਕੀਰਤਨ ਹੋ ਰਿਹਾ। ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਪ੍ਰਸੰਨਤਾ ਵਿਸ਼ੇਸ਼ਤਾ, ਵਿਸ਼ੇਸ਼ ਕਰਕੇ ਬੜੀ ਭਾਰੀ ਪ੍ਰਸੰਨਤਾ ਖੁਸ਼ੀ ਮਨ ਵਿੱਚ ਪੈਦਾ ਹੋਈ। ਸਵਈਆ ਅੰਦਰ ਸ਼੍ਰੀ ਹਰਿ ਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ ਹੈ। ਇੱਧਰ ਅਗਲੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੁੰਦਰ ਸਰੂਪ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਹੋ ਕੇ ਸੱਜ ਰਹੇ ਹਨ। ਸੰਗਤ ਆਵਤ ਹੈ ਇੱਕ ਜਾਤ, ਨਿਹਾਰਤ ਹੀ ਅਗ ਭਾਜਤ ਹੈ। ਬੇਅੰਤ ਸਿੱਖ ਸੰਗਤਾਂ ਆ ਰਹੀਆਂ, ਕੁਛ ਨਮਸਕਾਰ ਕਰਕੇ ਜਾ ਰਹੇ ਨੇ, ਤੇ ਸਤਿਗੁਰੂ ਦੇ ਨਿਹਾਰਤ ਦਰਸ਼ਨ ਕਰਦਿਆਂ ਸਾਰ ਹੀ ਅਗ ਭਾਜਤ ਹੈ। ਅਗ ਹੁੰਦੇ ਪਾਪ, ਪਾਪ ਜਿਹੜੇ ਭੱਜ ਜਾਂਦੇ, ਨਾਸ਼ ਹੋ ਜਾਂਦੇ ਹਨ। ਗਾਵਤ ਰਾਗ ਰਬਾਬੀ ਕਨੇ ਫਿਰ ਆਗੇ ਸੁਬਾਦਤ ਬਾਜਤ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇ ਪਾਤਸ਼ਾਹ ਸੱਜ ਰਹੇ ਨੇ। ਰਬਾਬੀ ਗੁਰੂ ਕੇ ਕੀਰਤਨੀਏ ਸਾਹਮਣੇ ਬੈਠੇ ਹੋਏ ਪਾਵਨ ਬਾਣੀ ਦਾ ਗਾਇਨ ਕਰ ਰਹੇ ਨੇ। ਵਾਜੇ ਵੱਜ ਰਹੇ, ਮ੍ਰਿਦੰਗ ਵੱਜ ਰਹੀ, ਸਾਜ਼ ਵੱਜਦੇ ਤੇ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਹੋਤ ਅਨੇਕਨ ਕੀ ਅਰਦਾਸ, ਮਨੋਰਥ ਸੇਵਕ ਸਾਜਤ ਹੈ। ਅਨੇਕਾਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਹੋ ਰਹੀਆਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ, ਤੇ ਸਿੱਖ ਸੰਗਤਾਂ ਦੇ ਜਿੰਨੇ ਮਨੋਰਥ ਨੇ, ਮਨ ਦੀਆਂ ਇਛਾਵਾਂ ਨੇ, ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਪੂਰੀਆਂ ਹੋ ਰਹੀਆਂ। ਤੇ ਗੁਰੂ ਕੇ ਸਿੱਖ ਆਪਣੇ ਮਨ ਦੇ ਮਨੋਰਥ, ਮਨ ਦੇ ਸੰਕਲਪ ਪੂਰੇ ਕਰਦੇ ਹੋਏ ਨਿਹਾਲ ਹੋ ਰਹੇ ਹਨ। ਸਵਈਆ ਦੇਖ ਪ੍ਰਤਾਪ ਵਿਸ਼ਾਲ ਗੁਰੂ ਕੋ,
ਵਿਪਰ ਆਨੰਦ ਲਹਿਓ ਉਰ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਤਰਲੋਕੀ ਦੇ ਸ਼ਹਿਨਸ਼ਾਹ ਸਤਿਗੁਰੂ ਦਾ ਪ੍ਰਤਾਪ ਵੇਖ ਕੇ ਬ੍ਰਾਹਮਣ ਪੰਡਤ ਨੇ ਬੜਾ ਆਨੰਦ ਮਾਣਿਆ। ਇਹੋ ਜੀ ਇੱਥੋਂ ਦੀ ਸੁਗੰਧੀ ਵਾਤਾਵਰਨ ਰੂਹਾਨੀਅਤ ਪੰਡਤ ਨੇ ਕਦੀ ਨਹੀਂ ਸੀ ਤੱਕੀ। ਮਨ ਨੂੰ ਸਕੂਨ ਤੇ ਆਨੰਦ ਆ ਗਿਆ। ਹਿਰਦਾ ਜਿਹੜਾ ਸੀ ਉਹ ਬੜਾ ਖੁਸ਼ੀ ਦੇ ਨਾਲ ਭਰ ਗਿਆ। ਚੰਦੂ ਮਨਿੰਦ ਹੈ ਕਹਿ ਦੋ ਬਿਲੰਦ ਹੈ, ਮਾਨਤ ਬੰਧਨ ਕੈ ਨਰ ਨਾਰੀ। ਹੁਣ ਪੰਡਤ ਬ੍ਰਾਹਮਣ ਲਾਗੀ ਜਿਹੜਾ ਸੀ ਸੋਚੀ ਪੈ ਗਿਆ ਕਿ ਗੁਰੂ ਦਾ ਘਰ ਚੰਦੂ ਦੇ ਬਰਾਬਰ ਹੈ ਕਿ ਜਾਂ ਵੱਡਾ ਹੈ। ਨਹੀਂ, ਚੰਦੂ ਇਹਦੇ ਬਰਾਬਰ ਕੀ ਚੀਜ਼ ਹੈ। ਚੰਦੂ ਵਰਗੇ ਕੀੜੇ ਮਕੌੜੇ ਕਈ ਗੁਰੂ ਘਰ ਦੇ ਵਿੱਚ ਤੁਰੇ ਫਿਰਦੇ ਨੇ, ਜਿਹੜੇ ਆ ਕੇ ਜਾਚਕ ਬਣ ਕੇ ਭਿੱਖਿਆ ਮੰਗਦੇ ਨੇ, ਦਾਤਾ ਮੰਗ ਕੇ ਰਾਜੇ ਸ਼ਹਿਨਸ਼ਾਹ ਬਣਦੇ ਨੇ। ਚੰਦੂ ਕੀ ਹੈ ਇਸ ਸਤਿਗੁਰੂ ਦੇ ਘਰ ਦੇ ਬਰਾਬਰ, ਜਿੱਥੇ ਮਾਨਤ ਬੰਧਨ ਕਹਿ ਨਰ ਨਾਰੀ। ਕੀ ਮਰਦ ਤੇ ਕੀ ਔਰਤਾਂ ਲੈਣਾ ਬਣਾ ਕੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਰਹੇ, ਨਮਸਕਾਰਾਂ ਕਰਦੇ ਪਏ ਹਨ। ਸ਼੍ਰੀ ਹਰਿ ਗੋਬਿੰਦ ਏਤਨੈ ਮੈਂ ਤਹਿ ਆਏ ਗਏ, ਦੁੱਤ ਦੀਰਘ ਧਾਰੀ। ਇੰਨੇ ਸਮੇਂ ਤੱਕ ਸੋਹਣਿਆਂ ਦਾ ਸਰਤਾਜ ਦੁਨੀਆ ਵਿੱਚ ਜੋ ਸਭ ਤੋਂ ਸੁੰਦਰ ਮੂਰਤ ਵਾਲਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇੰਨੇ ਸਮੇਂ ਤੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆ ਗਏ। ਜਿਹੜੇ ਪਹਿਲਾਂ ਹੀ ਮਹਿਮਾ ਵਰਣਨ ਕੀਤੇ ਗੁਰੂ ਅਰਜਨ ਦੇਵ ਪਾਤਸ਼ਾਹ ਅੰਦਰ ਸੱਜ ਰਹੇ ਨੇ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ੋਭਾ ਪਾ ਰਹੇ ਨੇ। ਇੰਨੇ ਸਮੇਂ ਤੱਕ ਭਾਈ ਸਾਹਿਬ ਕਹਿੰਦੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਆ ਗਏ। ਦੁੱਤ ਦੀਰਘ ਧਾਰੀ, ਜਿਨ੍ਹਾਂ ਦੀ ਦੁੱਤ ਦੁੱਤੀ ਹੁੰਦੀ ਹੈ ਆਭਾ ਸੁੰਦਰਤਾ ਖੂਬਸੂਰਤੀ, ਜਿਨ੍ਹਾਂ ਦੀ ਦੁੱਤ ਜਿਹੜੀ ਸ਼ੋਭਾ ਹੈ ਦੀਰਘ ਧਾਰੀ, ਬੜੀ ਭਾਰੀ ਮਹਾਨ ਧਾਰਨ ਕੀਤੀ ਹੋਈ ਹੈ। ਸੰਗਤ ਦੇਖਤ ਪ੍ਰੇਮ ਵਿਸ਼ੇਕ, ਅਸ਼ੀਖ ਖਰੋ ਹੋਏ ਆਦਰਕਾਰੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏ, ਜਿੰਨੀ ਸੰਗਤ ਅੰਦਰ ਬੈਠੀ ਸੀ ਇੱਕਦਮ ਉੱਠ ਕਰਕੇ ਸਾਰੇ ਭਾਈ ਸਾਹਿਬ ਕਹਿੰਦੇ ਖਲੋ ਗਏ। ਖਲੋਤੇ ਕਾਹਦੇ ਵਾਸਤੇ? ਅਸ਼ੇਖ ਖਰੇ ਹੋਏ ਆਦਰਕਾਰੀ, ਆਦਰ ਕਰਨ ਵਾਸਤੇ, ਅਦਬ ਤੇ ਸਤਿਕਾਰ ਕਰਨ ਵਾਸਤੇ ਕਿ ਇਸ ਮਹਾਨ ਸਤਿਗੁਰੂ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਿੰਘਾਸਨ ਦਾ ਵਾਰਸ ਬਣਨਾ ਹੈ। ਉਹੀ ਬਰਕਤਾਂ ਸਾਰੀਆਂ ਤਾਕਤਾਂ ਸ਼ਕਤੀਆਂ ਹਨ। ਗੁਰੂ ਸਰੂਪ ਆਇਆ ਜਾਣ ਕੇ ਸਾਰੇ ਸਿੱਖ ਉੱਠ ਕੇ ਅਦਬ ਵਿੱਚ ਸਤਿਕਾਰ ਵਿੱਚ ਖਲੋ ਗਏ। ਕਬਿਤ ਕੋਕਨਾਦ ਪਦ ਮ੍ਰਿਦ ਰਖਤ ਛਬੀਲਿਆਤ, ਹੀਰਨ ਕੀ ਪੰਗਤ ਜਿਉ ਨਖ ਹੈ ਆਨੰਦਕਾਰ। ਅਗਲੇ ਜਿਹੜੇ ਕਵਿਤ ਭਾਈ ਸਾਹਿਬ ਨੇ ਉਚਾਰਨ ਕੀਤੇ ਨੇ ਇਹ ਸ਼ਿੰਗਾਰ ਰਸ ਦੇ ਵਿੱਚ ਨੇ। ਸ਼ਿੰਗਾਰ ਰਸ ਕਵਿਤਾ ਨੂੰ ਸ਼ਿੰਗਾਰ ਦਾ ਸੋਹਣਾ ਬਣਾਉਂਦਾ ਹੈ। ਕੋਕਨਦ, ਕੋਕਨਦ ਕਹਿੰਦੇ ਨੇ ਲਾਲ ਕਵਲ ਨੂੰ। ਕਵਲ ਦੇ ਫੁੱਲ ਚਿੱਟੇ ਵੀ ਹੁੰਦੇ ਨੇ ਪਰ ਕੋਕਨਦ ਲਾਲ ਕਵਲ। ਮ੍ਰਿਦ ਰਕਤ ਛਬੀਲੇ ਅਤ, ਮਿਰਦ ਹੁੰਦੇ ਕੋਮਲ, ਰਕਤ ਹੁੰਦੇ ਲਾਲ, ਛਬੀਲੇ ਹੁੰਦੇ ਸੁੰਦਰ, ਅਤ ਹੁੰਦੇ ਅਤੀ ਜ਼ਿਆਦੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਨੇ ਬੜੇ ਕੋਮਲ ਲਾਲ ਸੁਰਖ ਨੇ। ਹੀਰਨ ਕੀ ਪੰਗਤ ਜਿਉ ਨੱਖ ਨੱਖ ਹੁੰਦੇ ਨਹੁੰ, ਚਰਨਾਂ ਦੀਆਂ ਉਂਗਲਾਂ ਦੇ ਜਿਹੜੇ ਨਹੁੰ ਨੇ ਉਹ ਇਉਂ ਜਿਵੇਂ ਹੀਰੇ ਜੜੇ ਹੋਣ, ਹੀਰਿਆਂ ਦੀ ਪੰਕਤੀ ਹੋਵੇ। ਆਨੰਦ ਕਰ, ਵੇਖਣ ਵਾਲਿਆਂ ਨੂੰ ਆਨੰਦ ਕਰਨ ਵਾਲੇ, ਖੁਸ਼ੀ ਪ੍ਰਸੰਨਤਾ ਦਾ ਹੁਲਾਰਾ ਦੇ ਦੇਣ ਵਾਲੇ ਹਨ। ਚਿਕਨ ਆਕਾਰ ਏਕ ਸਾਰ ਜੁਗ ਜੰਗ ਨੀਕੇ, ਗੋਲਫ ਸੁਜਾਨ ਗ੍ਰੰਥ ਨਿਠਰ ਬਿਲੰਦਕਾਰ। ਤੇ ਜਿਹੜੀਆਂ ਦੋਵੇਂ ਲੱਤਾਂ ਨਾਲ ਜੰਗ ਹੁੰਦੀਆਂ ਨੇ, ਲੱਤਾਂ ਦੋਵੇਂ ਲੱਤਾਂ ਜਿਹੜੀਆਂ ਨੇ ਚਿਕਨ ਆਕਾਰ, ਚਿਕਨ ਹੁੰਦਾ ਸੁਪਾਰੀ ਦਾ ਬੂਟਾ, ਸੁਪਾਰੀ ਦੇ ਬੂਟੇ ਦੀ ਤਰ੍ਹਾਂ ਦੋਵੇਂ ਜਿਹੜੀਆਂ ਜੰਗਾਂ ਲੱਤਾਂ ਨੇ ਇੱਕ ਸਾਰ ਹੈ, ਬਰਾਬਰ ਨੇ। ਗੁਲਫ ਸੁਜਾਨੂ ਗ੍ਰਿਥ ਨਿਠਰ ਬਿਲੰਦਕਾਰ। ਗੁਲਫ ਕਹਿੰਦੇ ਨੇ ਫਾਰਸੀ ਦੇ ਵਿੱਚ ਗਿੱਟਿਆਂ ਨੂੰ, ਗਿੱਟੇ ਤੇ ਸੁਜਾਨੂ ਕਹਿੰਦੇ ਗੋਡਿਆਂ ਨੂੰ। ਸੋ ਭਾਈ ਸਾਹਿਬ ਜੀ ਦੱਸ ਰਹੇ ਨੇ ਗਿੱਟਿਆਂ ਤੇ ਗੋਡਿਆਂ ਦੀਆਂ ਜਿਹੜੀਆਂ ਗੰਢਾਂ ਨੇ ਪੀਡੀਆਂ ਤੇ ਵੱਡੀਆਂ ਹਨ, ਵੱਡੇ ਆਕਾਰ ਵਾਲੀਆਂ ਮਹਾਨ ਹਨ।
त्रिवली उदर पार नाव का गंभीर शुभ आजुत सो छाती द्वैत उतंग है सिकंदकार। ਸੋ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਉਦਰ ਕਹਿੰਦੇ ਪੇਟ ਨੂੰ ਤ੍ਰਿਵਲੀ ਹੁੰਦਾ ਤਿੰਨ ਵਲ ਪੈਣ ਵਾਲਾ। ਜਦੋਂ ਬੈਠੀਏ ਪੇਟ ਵਿੱਚ ਜਦੋਂ ਤਿੰਨ ਵਲ ਪੈਣ, ਉਹ ਪੇਟ ਜਿਹੜਾ ਹੈ ਬੜਾ ਉੱਤਮ ਮੰਨਿਆ ਜਾਂਦਾ ਹੈ, ਵਿਸ਼ੇਸ਼ ਮੰਨਿਆ ਜਾਂਦਾ। ਉਹ ਢਿੱਡ, ਉਹ ਪੇਟ, ਉਹ ਉਦਰ ਜਦੋਂ ਬੈਠਿਆਂ ਤਿੰਨ ਵਲ ਵਿੱਚ ਪੈਣ। ਤ੍ਰਿਵਲੀ ਉਦਰ ਪਰ ਨਾਭ ਕਾ ਗੰਭੀਰ ਸ਼ੁਭ। ਨਾਭ ਕਾ ਕਹਿੰਦੇ ਨਾਭੀ ਨੂੰ, ਨਾਭੀ ਜਿਹੜੀ ਉਹ ਡੂੰਘੀ ਹੈ। ਆਜਤ ਸੋ ਛਾਤੀ, ਛਾਤੀ ਜਿਹੜੀ ਆਜਤ ਕਹੀਏ ਚੌੜੀ ਛਾਤੀ ਹੈ। ਦੁਆਇਓ ਤੰਗ ਹੈ ਸਕੰਦ, ਸਕੰਦ ਹੁੰਦੇ ਮੋਢੇ, ਮੋਢੇ ਜਿਹੜੇ ਦੋਵੇਂ ਉੱਚੇ ਨੇ। ਇਹ ਅਵਤਾਰੀ ਪੁਰਸ਼ਾਂ ਦੇ ਮੰਨੇ ਜਾਂਦੇ ਕਿ ਜਿਹੜੇ ਮੋਢੇ ਨੇ ਉਹ ਉੱਚੇ ਹੁੰਦੇ ਨੇ ਬਾਹਰਲੇ ਪਾਸੇ ਤੋਂ। ਮੋਢੇ ਦੋਵੇਂ ਉੱਚੇ ਹਨ, ਛਾਤੀ ਚੌੜੀ ਹੈ, ਪੇਟ ਦੇ ਉੱਪਰ ਤਿੰਨ ਵਲ ਪੈਂਦੇ ਤੇ ਜਿਹੜੀ ਨਾਭੀ ਹੈ ਬੜੀ ਡੂੰਘੀ ਗੰਭੀਰ ਹੈ। गाढ़े भुज दंड है प्रचंड बलवंड बड़ कुंजर की सुंड जिम श्री हर गोबिंद कार। ਬਾਹਾਂ ਕਿਹੋ ਜੀਆਂ ਨੇ? ਗਾਢੇ ਭੁਜ ਡੰਡ, ਗਾਢੇ ਹੁੰਦੇ ਬੜੇ ਤਕੜੇ ਬਲਵਾਨ। ਜਿਹੜੀਆਂ ਭੁਜ ਡੰਡ ਬਾਹਾਂ ਨੇ ਪ੍ਰਚੰਡ ਪਰ ਵਿਸ਼ੇਸ਼ ਕਰਕੇ ਚੰਡ ਤੇਜ ਵਾਲੀਆਂ, ਬਲਵੰਡ ਵੱਡੇ ਵੱਡੇ ਬਲ ਵਾਲੀਆਂ। ਕਿਹੋ ਜੀਆਂ? ਕੁੰਜਰ ਕੀ ਸੁੰਡ। ਹੁਣ ਹਾਥੀ ਦੀ ਸੁੰਡ ਵਿੱਚ ਜਿੰਨਾ ਬਲ ਹੈ ਉਹ ਸ਼ੇਰ ਨੂੰ ਵੀ ਚਲਾ ਕੇ ਚੁੱਕ ਕੇ ਉਹ ਮਾਰਦਾ। ਵੱਡੇ ਵੱਡੇ ਮੋਸ਼ੇ ਹਾਥੀ ਆਪਣੀ ਸੁੰਡ ਵਿੱਚ ਚੁੱਕ ਕੇ ਗੱਡੀਆਂ 'ਚ ਲੱਦਦੇ ਵੇਖੇ ਜਾਂਦੇ ਨੇ। ਹਾਥੀ ਦੀ ਸੁੰਡ ਬੜੀ ਤਾਕਤ ਰੱਖਦੀ ਹੈ। ਭਾਈ ਸਾਹਿਬ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਬਾਹਾਂ ਜਿਹੜੀਆਂ ਨਾ ਹਾਥੀ ਦੀ ਸੁੰਡ ਵਰਗੀਆਂ ਬਲਵਾਨ। ਜਿਮ ਸ਼੍ਰੀ ਹਰਗੋਬਿੰਦ ਕਾਰ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕਾਰ ਉਹਨਾਂ ਦੀਆਂ ਲੰਮੀਆਂ ਬਾਹਾਂ ਜਿਹੜੀਆਂ ਹਨ ਹਾਥੀ ਦੀ ਸੁੰਡ ਦੀ ਤਰ੍ਹਾਂ ਬੜੀਆਂ ਤਾਕਤ ਵਾਲੀਆਂ, ਬਲਵਾਨ ਤੇ ਪ੍ਰਚੰਡ ਹਨ। कवित हाथ द्वै पाथोज सम पल्लव से पलवन तापे नाग सूचे खच नखन की पंगति। ਤੇ ਅੱਗੇ ਹੁਣ ਭਾਈ ਸਾਹਿਬ ਜੀ ਦੱਸ ਰਹੇ ਨੇ ਹਾਥ ਦਵੈ ਪਾਥੋਜ। ਪਥੋਜ ਕਹਿੰਦੇ ਨੇ ਕਮਲ ਦੇ ਫੁੱਲ ਨੂੰ। ਸਮ ਪਲਵ ਜਿਹੜੇ ਹੱਥ ਨੇ, ਪਲਵਨ ਤਾਂ ਪੈ ਨਗ ਸੋਚੇ। ਇੰਨੀ ਭਾਰੀ ਮਹਿਮਾ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦੋਵੇਂ ਹੱਥ ਜਿਹੜੇ ਕਮਲ ਦੇ ਫੁੱਲ ਵਰਗੇ। ਉਂਗਲੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਨੇ ਜਿਵੇਂ ਪੱਲਵ ਸੇ ਪਲਵਨ, ਨਵੀਆਂ ਪੰਖੜੀਆਂ ਖਿੜੀਆਂ ਹੁਣ ਕਮਲ ਫੁੱਲ ਤਾਜ਼ਾ ਖਿੜਿਆ ਹੋਵੇ। ਨਗ ਸੂਚੇ ਖਚ ਨਖਣ ਕੀ ਪੰਗਤੀ। ਹੱਥਾਂ ਦੀਆਂ ਉਂਗਲਾਂ ਦੇ ਉੱਪਰ ਜਿਹੜੇ ਨਹੁੰ ਨੇ ਇਸ ਤਰ੍ਹਾਂ ਦੇ ਨੇ ਜਿਵੇਂ ਸੁੱਚੇ ਨਗ ਜੜੇ ਹੋਣ। ਸੋਹਣੇ ਨਗ ਜਿਵੇਂ ਛਾਪਾਂ ਛੱਲਿਆਂ 'ਚ ਨਗ ਜੜੇ ਜਾਂਦੇ ਨੇ, ਹੱਥਾਂ ਦੀਆਂ ਉਂਗਲਾਂ ਦੇ ਉੱਪਰ ਨਹੁੰ ਜਿਹੜੇ ਇਸ ਤਰ੍ਹਾਂ ਜੜੇ ਹੋਏ ਨੇ ਜਿਵੇਂ ਨਗ ਸੂਚੇ ਖਚਤ ਹੋਏ, ਜੜੇ ਹੋਏ। ਇਸ ਤਰ੍ਹਾਂ ਹੱਥਾਂ ਦੀਆਂ ਉਂਗਲਾਂ ਸ਼ੋਭਾ ਪਾ ਰਹੀਆਂ ਹਨ। चंद्रमा बदन साव सुखमा सदन जामे उज्जल रतन ओठ सुंदर सुरंगती। ਚੰਦਰਮਾ ਵਰਗਾ ਬਦਨ ਹੁੰਦਾ ਮੁਖੜਾ। ਮੁਖੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਚੰਦਰਮਾ ਵਰਗਾ ਹੈ। ਸਭ ਸੁਖਮਾ ਸਦਨ, ਸਭ ਸਾਰੇ ਸੁਖਮਾ ਸੁੱਖਾਂ ਦਾ ਸਦਨ ਘਰ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਖੜੇ ਦੇ ਦੀਦਾਰ ਕੀਤਿਆਂ ਸਾਰੇ ਸੁੱਖ ਘਰ ਵਿੱਚ ਆ ਜਾਂਦੇ। ਜਾਮੇ ਉਜਲ ਰਤਨ ਓਠ ਸੁੰਦਰ ਸੋ ਰੰਗਤੀ। ਉਸ ਮੁਖੜੇ ਦੇ ਵਿੱਚ ਬੜੇ ਉਜਲ ਚਿੱਟੇ ਰਤਨ ਹੁੰਦੇ, ਦੰਦ ਕਲੀਆਂ ਵਰਗੇ ਜਿਹੜੇ ਦੰਦ ਨੇ। ਓਠ ਹੁੰਦੇ ਬੁੱਲ, ਓਠ ਸੁੰਦਰ ਸਰੰਗਤੀ, ਲਾਲ ਸੁਰਖ ਬੁੱਲ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੋਹਣੇ ਮੁਖੜੇ ਵਿੱਚ। ਐਨ ਲਿਸ਼ਕਾਂ ਮਾਰਦੇ, ਚਮਕਾਰੇ ਮਾਰਦੇ, ਬੜੇ ਚਿੱਟੇ ਦੰਦ ਹਨ। पंकज की पाखुरी सरीखी आंख तीखी तीखी ਵੇਖਣ ਤੇਰੀ ਛੇਤੇ ਨਿਹਾਲ ਕਰੇ ਸੰਗਤੀ। ਅੱਖਾਂ ਦੀ ਵੇਖਣੀ ਕਿਹੋ ਜੀ ਹੈ, ਤੱਕਣੀ ਕਿਹੋ ਜੀ ਹੈ, ਇੱਕ ਇੱਕ ਅੰਗ ਦਾ ਨਕਸ਼ਾ ਖਿੱਚ ਕੇ ਭਾਈ ਸਾਹਿਬ ਨੇ ਦੱਸਿਆ ਹੈ। ਪੰਕਜ ਕੀ ਪੰਖਰੀ ਸਰੀਖੀ ਆਂਖ ਤਿੱਖੀ ਤਿੱਖੀ। ਪੰਕਜ ਕਹਿੰਦੇ ਨੇ ਕਮਲ ਨੂੰ। ਕਮਲ ਫੁੱਲ ਦੀਆਂ ਪੰਖਰੀਆਂ ਜਿਹੜੀਆਂ ਹੁੰਦੀਆਂ ਬੜੀਆਂ ਤਿੱਖੀਆਂ ਹੁੰਦੀਆਂ। ਸਰੀਖੀ ਦਾ ਅਰਥ ਹੈ ਵਰਗੀਆਂ। ਜਿਵੇਂ ਕਮਲ ਦਾ ਫੁੱਲ ਖਿੜਿਆ ਹੋਇਆ ਉਹਦੀਆਂ ਪੰਖੜੀਆਂ ਬੜੀਆਂ ਤਿੱਖੀਆਂ ਹੁੰਦੀਆਂ ਨੇ। ਆਂਖ ਤਿੱਖੀ ਤਿੱਖੀ, ਇਸੇ ਤਰ੍ਹਾਂ ਤਿੱਖੀਆਂ ਅੱਖਾਂ ਹਨ।
ਉਹਨਾਂ ਦੀ ਬੰਤਰ ਇਸ ਤਰ੍ਹਾਂ ਦੀ ਬਣੀ ਹੈ, ਪਿਖਨ ਤ੍ਰਿਛ ਜਦੋਂ ਵੇਖਦੇ ਤ੍ਰਿਛਾ ਵੇਖਦੇ ਨੇ, ਤ੍ਰਿਛਾ ਵੇਖਦੇ ਹਨ। ਨਿਹਾਲ ਕਰੇ ਸੰਗਤੀ ਵੇਖਣ ਵਾਲਿਆਂ, ਦੀਦਾਰ ਕਰਨ ਵਾਲੀਆਂ ਸਿੱਖ ਸੰਗਤਾਂ ਨੂੰ ਸਾਹਿਬ ਜੀ ਨਿਹਾਲ ਕਰ ਦਿੰਦੇ ਹਨ। ਜਿਵਕ ਅਮੋਲ ਗੋਲ ਮ੍ਰਿਦਲ ਕਪੋਲ ਜੁਗ, ਕੁੰਡਲ ਕੀ ਡੋਲ ਪੈ ਅਤੋਲ ਸ਼੍ਰੀ ਉਮੰਗਤੀ। ਜਿਹੜੀ ਠੋਡੀ ਹੈ, ਠੋਡੀ ਦੀ ਕਿਆ ਬਾਤ ਹੈ, ਚਿਬਕ ਹੁੰਦੀ ਠੋਡੀ, ਚਿਬਕ ਅਮੋਲ ਜਿਹਦਾ ਕੋਈ ਮੁੱਲ ਨਹੀਂ, ਦੁਨੀਆ ਦੀ ਸਾਰੀ ਰਕਮ ਪੈਸਾ ਲਾ ਦਿੱਤਾ ਜਾਵੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਠੋਡੀ ਦਾ ਮੁੱਲ ਨਹੀਂ ਪੈ ਸਕਦਾ। ਗੋਲ ਮ੍ਰਿਦਲ ਕਪੋਲ ਜੁਗ, ਦੋਵੇਂ ਜਿਹੜੀਆਂ ਗੱਲਾਂ ਨਾ, ਕਪੋਲ ਹੁੰਦੀਆਂ ਗੱਲਾਂ, ਬੜੀਆਂ ਗੋਲ ਗੋਲ ਗੱਲਾਂ ਹਨ, ਬੜੀਆਂ ਕੋਮਲ। ਕੁੰਡਲ ਕੀ ਡੋਲ ਪੈ ਅਤੋਲ ਸ਼੍ਰੀ ਉਮੰਗ ਤੇ, ਇਸ ਤਰ੍ਹਾਂ ਸੋਹਣੇ ਕੇਸਾਂ ਦੇ ਕੁੰਡਲ ਬਣੇ ਹੋਏ, ਵੇਖਣ ਵਾਲਿਆਂ ਦੇ ਮਨਾਂ ਵਿੱਚ ਬੜੀ ਉਮੰਗ ਪੈਦਾ ਹੁੰਦੀ, ਇੰਨੀ ਸ਼ੋਭਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੋਹਣੇ ਸਰੂਪ ਦੀ ਡੁੱਲ ਡੁੱਲ ਪੈ ਰਹੀ ਹੈ ਕਿ ਵੇਖਣ ਵਾਲਿਆਂ ਦੇ ਮਨ ਜਿਹੜੇ ਖਿੱਚੇ ਜਾਂਦੇ ਹਨ। ਕਬਿਤ ਮੰਡਿਤ ਵਿਭੂਖਨ ਅਦੁਖਨ ਹੈ ਅੰਗ ਸਾਰੇ, ਦੀਰਘ ਸੁਡੀਲ ਸ਼ੁਭਸ਼ੀਲ ਮੈਂ ਪ੍ਰਕਾਸ਼ ਤੇ। ਵਿਭੂਖਨ ਕਹੀਏ, ਗਹਿਣੇ ਮੰਡਤ ਕਹੀਏ, ਸਜਾਏ ਪਾਏ ਹੋਏ, ਸੋਹਣੇ ਗਹਿਣੇ ਪਾਏ ਹੋਏ, ਸਾਰੇ ਅੰਗ ਜਿਹੜੇ ਅਦੁਖਨ, ਕੋਈ ਵੀ ਸਰੀਰ ਦਾ ਅੰਗ ਘੱਟ ਨਹੀਂ। ਜਿਸ ਸਰੀਰ ਦਾ ਅੰਗ ਘੱਟ ਹੋਵੇ ਉਹ ਸਰੀਰ ਦੁਖਣ ਮੰਨਿਆ ਜਾਂਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਰੀਰ ਅਦੁਖਣ ਹੈ, ਸਰੀਰ ਦਾ ਕੋਈ ਅੰਗ ਪ੍ਰਤੰਗ ਘੱਟ ਨਹੀਂ, ਸਗੋਂ ਬਹੁਤ ਸੁੰਦਰਤਾ ਦੇ ਨਾਲ ਸਜੇ ਹੋਏ। ਦੀਰਘ ਸੁਡੀਲ, ਸੁਡੀਲ ਕਹੀਏ ਸਰੀਰ ਦਾ ਕੱਦ ਕਾਠ, ਉਮਰ ਅਜੇ ਛੋਟੀ ਹੈ ਪਰ ਕੱਦ ਲੰਮਾ ਹੈ। ਸ਼ੁਭਸ਼ੀਲ ਮੈਂ ਪ੍ਰਕਾਸ਼ ਤੇ, ਇਸ ਤਰ੍ਹਾਂ ਸੋਹਣੇ ਸੁਭਾਅ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਮੁਖੜਾ ਰੂਹਾਨੀਅਤ ਦੇ ਨਾਲ ਭਰਿਆ ਹੋਇਆ ਡਲਕਾਂ ਮਾਰਦਾ ਹੈ, ਜਗਮਗ ਜਗਮਗ ਕਰਦਾ ਪ੍ਰਕਾਸ਼ ਤੇ ਨੂਰ ਬਖੇਰ ਰਿਹਾ ਹੈ। ਨੀਕੀ ਉਸ਼ਨੀਕ ਸੋ ਹੈ ਜਿਗਾ ਕੀ ਜਲੂਸ, ਜੋ ਹੈ ਹੀਰਤ ਹੀ ਮਨ ਮੋਹ ਸਿੱਖ ਆਸ ਪਾਸ ਤੇ। ਬੜੀ ਨੇਕੀ ਕਹੀਏ, ਸੋਹਣੀ ਉਸ਼ਨੀਕ ਹੁੰਦੀ ਦਸਤਾਰ, ਸੋਹਣੀ ਜੀ ਦਸਤਾਰ ਸੀਸ ਤੇ ਸਜਾਈ ਹੋਈ ਸੋ ਹੈ ਸ਼ੋਭਦੀ ਹੈ। ਜਿਗਾ ਕੀ ਜਲੂਸ, ਜਲੂਸ ਕਹਿੰਦੇ ਨੇ ਪ੍ਰਕਾਸ਼ ਨੂੰ। ਜਿਗਾ ਜਿਹੜੀ ਦਸਤਾਰ ਤੇ ਬੱਧੀ ਹੋਈ ਹੈ ਮੋਤੀਆਂ ਦੇ ਨਾਲ ਜਟਦ, ਬਹੁਤ ਪ੍ਰਕਾਸ਼ ਦੀ ਹੈ। ਜੋ ਹੈ ਹੀਰਤ ਹੀ ਮਨ ਮੋਹੇ, ਵੇਖਣ ਵਾਲਿਆਂ ਦੇ ਮਨ ਮੋਹੇ ਜਾਂਦੇ। ਜਿੰਨੇ ਸਿੱਖ ਆਸ ਪਾਸ ਨੇ, ਜਿਹੜਾ ਇਸ ਰੂਪ ਚ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦੀਦਾਰ ਕਰਦਾ, ਉਹ ਆਪਣਾ ਆਪਾ ਭੁੱਲ ਜਾਂਦਾ ਹੈ। ਮੋਤਨ ਕੀ ਮਾਲ ਹੀਰੇ ਖਚਤ ਵਿਸ਼ਾਲ ਚੀਰੇ, ਕੋਰ ਦਾ ਰੂਰ ਚਹੂ ਔਰ ਵਿਖੇ ਭਾਸ ਤੇ। ਮੋਤੀਆਂ ਦੀ ਸੋਹਣੀ ਮਾਲਾ ਗਲ ਵਿੱਚ ਸੱਜ ਰਹੀ ਹੈ, ਜਿਸ ਵਿੱਚ ਕੋਰਦਾਰ ਹੀਰੇ ਐਨ ਨੁੱਕਰਾਂ ਬਣਾਈਆਂ ਨੇ, ਨੁੱਕਰ ਵਾਲਾ ਹੀਰਾ ਜ਼ਿਆਦਾ ਚਮਕਦਾ ਹੈ। ਸੋ ਉਹਨਾਂ ਵਿੱਚ ਪਹਿਲ ਕੱਢੇ ਹੋਏ ਨੇ, ਐਨ ਚੀਰੇ ਦਿੱਤੇ ਹੋਏ ਸੋਹਣੇ ਜਿਹੜੇ ਹੀਰੇ ਤਰਾਸ਼ੇ ਹੋਏ ਨੇ। ਉਹਨਾਂ ਹੀਰਿਆਂ ਦੀ ਮਾਲਾ ਬਹੁਤ ਭਾਰੀ ਸ਼ੋਭਾ ਪਾਉਂਦੀ ਹੈ। ਵਿਖੇ ਭਾਸੇ ਦਾ ਅਰਥ ਹੈ ਚਮਕਾਰੇ ਮਾਰਦੇ ਹਨ। ਕੰਮ ਕੋ ਵਿਨਾਸ਼ ਤੇ ਆਨੰਦ ਕੋ ਉਜਾਸ ਤੇ, ਸੁ ਗਿਆਨ ਮੈਂ ਬਿਲਾਸ ਤੇ ਉਦਾਰ ਦਾਸ ਵਾਸਤੇ। ਕੰਮ ਹਨੇਰੇ ਨੂੰ ਵਿਨਾਸ਼ ਤੇ ਨਾਸ਼ ਕਰਦੇ ਨੇ, ਆਨੰਦ ਕੋ ਉਜਾਸ ਤੇ ਵੇਖਣ ਵਾਲਿਆਂ ਦੇ ਮਨ ਵਿੱਚ ਆਨੰਦ ਪੈਦਾ ਕਰਦੇ। ਸੋ ਗਿਆਨ ਮੈਂ ਬਿਲਾਸ ਤੇ, ਐਸੇ ਦੀਨ ਦਿਆਲ ਗੁਰੂ ਹਰਗੋਬਿੰਦ ਪਾਤਸ਼ਾਹ ਗਿਆਨ ਵਿੱਚ ਮਨ ਨੂੰ ਬਿਲਾਸ ਕਰਦੇ। ਭਾਵ ਇਹ ਕਿ ਇਸ ਤਰ੍ਹਾਂ ਦੇ ਨਿਰਮਲ ਗਿਆਨ ਦੇ ਦਾਤੇ ਹਨ ਸਤਿਗੁਰੂ ਜੀ, ਜਿਨ੍ਹਾਂ ਦੇ ਗਲ ਵਿੱਚ ਹੀਰੇ ਜਵਾਹਰਾਤ ਮੋਤੀਆਂ ਦੀ ਸੁੰਦਰ ਮਾਲਾ ਸੱਜ ਰਹੀ ਹੈ। ਉਧਾਰ ਦਾਸ ਵਾਸਤੇ, ਦਾਸਾਂ ਦੇ ਉਧਾਰ ਵਾਸਤੇ ਸਹਿਬ ਪ੍ਰਗਟੇ ਨੇ। ਆਪਣੇ ਪਿਆਰਿਆਂ ਦਾ, ਦਾਸਾਂ ਦਾ ਉਧਾਰ ਕਰਦੇ, ਜ਼ਿੰਦਗੀ ਦੀ ਨੌਕਾ ਬੇੜੀ ਨੂੰ ਸੰਸਾਰ ਭਵਜਲੋਂ ਪਾਰ ਲੰਘਾ ਕੇ ਮੁਕਤੀ ਦੇ ਕਿਨਾਰੇ ਤੇ ਪਹੁੰਚਾਉਂਦੇ ਹਨ। ਕਬਿਤ ਸ਼੍ਰੀ ਹਰਗੋਬਿੰਦ ਅੰਗ ਸੁੰਦਰ ਬਿਲੰਦ, ਸਭ ਦੇਖ ਕੈ ਸੋ ਦਿਜਨ ਆਨੰਦ ਔਰ ਧਾਰਿਓ। ਜਦੋਂ ਬ੍ਰਾਹਮਣ ਨੇ ਵੇਖਿਆ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸੋਹਣਾ ਸਰੂਪ ਤੱਕਿਆ, ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸੁੰਦਰ ਸਰੂਪ, ਸੋਹਣੇ ਖੁੱਲੇ ਡੁੱਲੇ ਅੰਗ ਦੀਦਾਰ ਕੀਤੇ, ਪੰਡਤ ਧੰਨ ਹੋ ਗਿਆ।
ਆਨੰਦਿਤ ਹੋ ਕੇ ਮਨ ਵਿੱਚ ਬੜਾ ਆਨੰਦ, ਬੜੀ ਖੁਸ਼ੀ ਮਨ ਚ ਧਾਰਿਆ। ਸਾਹਿਬਾਂ ਦਾ ਦੀਦਾਰ ਕਰਕੇ ਖੁਸ਼ ਹੋਇਆ। ਭਾਗ ਬਲੀ ਚੰਦੂ ਹੈ ਜਮਾਤਾ ਅਸ ਪਾਇਓ ਜਿਨ ਉਜਲ ਸੁਬੰਸ ਅਵਤੰਸ ਕੋ ਨਿਹਾਰਿਓ। ਬਾਮਨ ਨੇ ਤਾਂ ਸਮਝ ਲਿਆ ਕਿ ਬਸ ਮੈਂ ਚੱਲ ਕੇ ਆ ਗਿਆ ਤੇ ਰਿਸ਼ਤਾ ਹੋਇਆ ਸਮਝੋ। ਮਨ ਚ ਸੋਚਣ ਲੱਗਾ ਚੰਦੂ ਦੇ ਨਾ ਆ ਜਿਹੜਾ ਜਮਾਤਾ ਨਾ ਇਹਦਾ ਇਹੋ ਜਿਹਾ ਜਮਾਤਾ ਮਿਲਿਆ ਹੈ ਜਵਾਈ ਚੰਦੂ ਨੂੰ ਕਿ ਚੰਦੂ ਦੇ ਵੱਡੇ ਭਾਗ ਹੋ ਗਏ ਨੇ। ਭਾਗ ਬਲੀ ਚੰਦੂ ਹੈ ਜਮਾਤਾ ਆਸ ਪਾਇਓ ਜਿਨ। ਚੰਦੂ ਦੇ ਵੱਡੇ ਭਾਗ, ਬਲੀ ਭਾਗ, ਤਾਕਤ ਵਾਲੇ ਭਾਗ ਨੇ ਜਿਹਨੇ ਇਹੋ ਜਿਹਾ ਜਮਾਤਾ ਜਵਾਈ ਪਾਲਿਆ। ਉਜਲ ਸੋ ਬੰਸ ਅਵਤੰਸ ਕੋ ਨਿਹਾਰਿਓ। ਜਿਨ੍ਹਾਂ ਦੀ ਅੰਸ ਬੰਸ ਖਾਨਦਾਨ ਬੜਾ ਉਜਲ ਹੈ। ਅਵਤੰਸ ਕੋ ਨਿਹਾਰਿਓ, ਉੱਚਾ ਖਾਨਦਾਨ ਘਰਾਣਾ ਜਿਸ ਸਾਹਿਬਜ਼ਾਦਾ ਜੀ ਦਾ ਉਸ ਪੰਡਤ ਬ੍ਰਾਹਮਣ ਨੇ ਤੱਕਿਆ। ਧਨ ਕੀਨ ਗਿਣਤੀ ਕਰਤ ਬਹੁ ਬਿਨਤੀ ਚੜਾਵੇ ਚੀਰ ਭੂਖਨ ਗੁਰੂ ਸੋ ਜਗ ਸਾਰਿਓ। ਧਨ ਕੀ ਨਾ ਗਿਣਤੀ, ਪੈਸੇ ਦੀ ਕੋਈ ਗਿਣਤੀ ਨਹੀਂ। ਕਿੰਨਾ ਸੰਗਤਾਂ ਮੱਥਾ ਟੇਕ ਰਹੀਆਂ ਨੇ। ਕਰਤ ਬਹੁ ਬਿਨਤੀ ਚੜਾਵੇ ਚੀਰ ਭੂਖਨ, ਬੜੀਆਂ ਬੇਨਤੀਆਂ ਕਰਕੇ ਸੰਗਤਾਂ ਚੀਰ ਹੁੰਦੇ ਕੱਪੜੇ, ਭੂਖਨ ਕਹਿੰਦੇ ਗਹਿਣੇ, ਗਹਿਣੇ ਚੜਾਈ ਜਾਂਦੀਆਂ ਸੰਗਤਾਂ ਸਾਹਿਬਾਂ ਦੇ ਅੱਗੇ। ਗੁਰੂ ਸੋ ਜਗ ਸਾਰਿਓ, ਸਾਰੇ ਜਗਤ ਦੇ ਗੁਰੂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਹਾਥ ਬੰਦ ਬੰਦਨਾ ਪਦਾਰ ਬਿੰਦ ਕਰੈ ਬ੍ਰਿੰਦ ਸਭ ਵਿਦ ਆਦਿਕ ਸਮਾਜ ਵਿਸਤਾਰਿਓ। ਇੰਨੀਆਂ ਸੰਗਤਾਂ ਦੀਆਂ ਲੈਣਾ ਲੱਗੀਆਂ, ਸਾਰੇ ਹੱਥ ਬੰਨ ਬੰਨ ਕੇ ਜੋੜ ਜੋੜ ਕਰਕੇ ਪਦਾਰ ਬਿੰਦ ਸਤਿਗੁਰੂ ਦੇ ਚਰਨ ਕਮਲਾਂ ਤੇ ਮੱਥਾ ਟੇਕ ਰਹੇ ਨੇ। ਸਿੱਖ ਸੰਗਤਾਂ ਦਾ ਬੜਾ ਭਾਰੀ ਸਮਾਜ ਵਧਿਆ ਫੈਲਿਆ ਹੋਇਆ ਪੰਡਤ ਬ੍ਰਾਹਮਣ ਨੇ ਅੱਖਾਂ ਨਾਲ ਤੱਕਿਆ। ਸਵਈਆ ਸ਼੍ਰੀ ਹਰਿ ਗੋਬਿੰਦ ਪਾਸ ਪਿਤਾ ਥਿਤ ਸੋਹਤ ਹੈ ਸਿੱਖ ਸੇਵਕ ਮਾਹੂ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਪਿਤਾ ਸਤਿਗੁਰੂ ਦੇ ਪਾਸ ਸਿੱਖ ਸੰਗਤਾਂ ਦੇ ਸਮੇਤ ਸ਼ੋਭਾ ਪਾ ਰਹੇ ਹਨ। ਜਿਉ ਕਮਲਾਸਨ ਸੋ ਪਦਮਾਪਤ ਦੇਵਨ ਬ੍ਰਿੰਦ ਮੈਂ ਸ਼ੋਭ ਉਮਾਹੂ। ਕਿਸ ਤਰ੍ਹਾਂ ਦੀ ਸ਼ੋਭਾ ਹੋ ਰਹੀ ਹੈ ਭਾਈ ਸਾਹਿਬ ਕਹਿ ਰਹੇ ਨੇ ਜਿਵੇਂ ਬ੍ਰਹਮਾ ਜੀ ਦੇ ਪਾਸ ਨਾ ਪਦਮਾ ਪਦ ਵਿਸ਼ਨੂੰ ਜੀ ਬੈਠੇ ਹੋਣ ਜਾਂ ਵਿਸ਼ਨੂੰ ਜੀ ਦੇ ਪਾਸ ਬ੍ਰਹਮਾ ਜੀ ਬੈਠੇ ਹੋਣ। ਦੋਵੇਂ ਦੇਵਤੇ ਸਤਿਕਾਰਯੋਗ ਨੇ। ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ। ਸ਼ਿਵ ਜੀ, ਵਿਸ਼ਨੂੰ ਜੀ ਜਾਂ ਬ੍ਰਹਮਾ ਜੀ ਸਤਿਗੁਰੂ ਪਾਤਸ਼ਾਹ ਦੀ ਬਰਾਬਰੀ ਨਹੀਂ ਕਰ ਸਕਦੇ। ਸਤਿਗੁਰੂ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਹਨ, ਅਕਾਲ ਪੁਰਖ ਦੀ ਜੋਤ ਹਨ। ਪਰ ਸਮਝਾਉਣ ਵਾਸਤੇ ਭਾਈ ਸਾਹਿਬ ਜੀ ਨੇ ਦ੍ਰਿਸ਼ਟਾਂਤ ਤੇ ਪ੍ਰਮਾਣ ਵਰਤਿਆ। ਜਿਵੇਂ ਸਾਰੇ ਦੇਵਤੇ ਵਿਸ਼ਨੂੰ ਜੀ ਤੇ ਬ੍ਰਹਮਾ ਜੀ ਦੇ ਪਾਸ ਬੈਠੇ ਸ਼ੋਭਾ ਪਾਉਂਦੇ, ਇਸ ਤਰ੍ਹਾਂ ਸਾਰੇ ਸਿੱਖ ਗੁਰੂ ਅਰਜਨ ਦੇ ਪਾਤਸ਼ਾਹ ਦੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਬੈਠੇ ਸ਼ੋਭਾ ਪਾ ਰਹੇ ਹਨ। ਸੰਗਤ ਸੋਂਦਿਜ ਬੂਜਨ ਕੀਨ ਬਤਾਵੋ ਜਾਤ ਸੁਗੋਤ ਜਿਤਾਉ। ਉਸ ਬਾਹਮਣ ਪੰਡਤ ਨੇ ਪੁੱਛਿਆ ਸੰਗਤਾਂ ਵਿੱਚੋਂ ਗੁਰਸਿੱਖਾਂ ਨੂੰ ਕਿ ਗੁਰੂ ਕਿਆਂ ਦੀ ਜਾਤ ਦੱਸੋ, ਜਾਤ ਬਤਾਉਣੀ ਕਰੋ। ਗੋਤ ਕੇ ਤਾਂ ਇਹਨਾਂ ਦੀ ਗੋਤ ਕਿਹੜੀ ਹੈ ਇਹ ਵੀ ਦੱਸੋ। ਚਾਹਤ ਹੈ ਸੰਬੰਧ ਕਰਿਓ ਹਮ ਸ਼ਾਹ ਦੀਵਾਨ ਸੁਤਾਹਿਤ ਜਾਹੂ। ਉਹਨਾਂ ਨੇ ਆਪਣੇ ਆਉਣ ਦਾ ਮਨੋਰਥ ਦੱਸਿਆ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦਾ ਖਾਨਦਾਨ ਜਾਤ ਪਾਤ ਕਿਹੜੀ ਹੈ। ਚਾਹੁੰਦੇ ਹਾਂ ਜੋ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ ਉਹਦੀ ਸੁਤਾ ਉਹਦੀ ਧੀ ਬੱਚੀ ਹੈ, ਉਹਦਾ ਅਸੀਂ ਇਹਨਾਂ ਦੇ ਨਾਲ ਸੰਬੰਧ ਰਿਸ਼ਤਾ ਕਰਨਾ ਚਾਹੁੰਦੇ ਹਾਂ। ਇਸ ਵਾਸਤੇ ਸਾਨੂੰ ਸਾਰੀ ਜਾਣਕਾਰੀ ਇਹਨਾਂ ਬਾਰੇ ਦੱਸੋ। ਇਹ ਸਿੱਖਾਂ ਨੂੰ ਸਵਾਲ ਕਰਕੇ ਆਏ ਹੋਏ ਲਾਗੀਆਂ ਨੇ ਪੁੱਛਿਆ। ਦੋਹਰਾ ਸੰਗਤ ਸਿੱਖਨ ਤਬ ਕਹਿਓ ਸੋਡ ਬੰਸ ਸਿਰ ਮੋਰ। ਸਿੱਖ ਸੰਗਤਾਂ ਨੇ ਤਦੋਂ ਪੰਡਤਾਂ ਨੂੰ ਲਾਗੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸੋਡ ਬੰਸ ਸਿਰ ਮੋਰ ਸ਼੍ਰੋਮਣੀ ਹੈ। ਵੱਡੇ ਭਾਗ ਜਾਗੇ ਜਿਸੇ ਤਿਸ ਪ੍ਰਾਪਤ ਅਸ ਠੌਰ। ਜਿਨ੍ਹਾਂ ਦੇ ਵੱਡੇ ਭਾਗ ਜਾਗੇ ਉਹਨਾਂ ਨੂੰ ਇਹ ਥਾਂ ਪ੍ਰਾਪਤ ਹੁੰਦੀ ਹੈ। ਸੋਢ ਬੰਸ ਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ, ਗੁਰੂ ਘਰ ਵਿੱਚ ਆਉਣਾ, ਇਹ ਉਹਨਾਂ ਨੂੰ ਹੀ ਥਾਂ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਵੱਡੇ ਭਾਗ ਜਾਗ ਗਏ ਹਨ। ਜਗਤ ਗੁਰੂ ਘਰ ਆਏ
ਜਗ ਮਾਤਾ ਬਨ ਤੇ ਜਾਏ। ਜੇਕਰ ਤੁਸੀਂ ਰਿਸ਼ਤਾ ਕਰਨ ਆਏ ਜੇ ਨਾ ਤੇ ਜੇਕਰ ਚੰਦੂ ਦੀ ਬੱਚੀ ਗੁਰੂ ਘਰ ਵਿੱਚ ਆ ਜਾਵੇਗੀ ਉਹਨੂੰ ਬੜਾ ਬਹਾਨ ਰੁਤਬਾ ਮਿਲੇਗਾ, ਜਗਤ ਦੀ ਮਾਤਾ ਬਣ ਜਾਵੇਗੀ। ਪੂਜਨੀਏ ਇਹ ਸਰਬ ਕੋ ਅਨਗਨ ਭੇਟ ਚੜਾਏ। ਤੇ ਸਾਰੇ ਸੰਸਾਰ ਦੀ ਪੂਜਨ ਯੋਗ ਹੋਵੇਗੀ, ਸਤਿਕਾਰਯੋਗ ਹੋਵੇਗੀ। ਅਣਗਿਣਤ ਸਿੱਖ ਸੰਗਤਾਂ ਭੇਟਾਵਾਂ ਚੜਾਉਣਗੀਆਂ। ਚੌਪਈ ਦਿਜਨਾਈ ਦੋਨੋਂ ਸੁਨ ਕਰਕੇ ਮਹਾ ਪ੍ਰਤਾਪ ਸੁਨੈਨ ਨਿਹਰ ਕੈ। ਤੇਜ ਬਾਹਮਣ ਤੇ ਨਾਈ ਦੋਵੇਂ ਜਾਣੇ ਸੁਣ ਕਰਕੇ ਲਾਗੇ ਤੇ ਮਹਾ ਪ੍ਰਤਾਪ ਸਤਿਗੁਰੂ ਦਾ ਆਪਣੀਆਂ ਅੱਖਾਂ ਨਾਲ ਵੇਖ ਕੇ ਕਹਿਤ ਪਰਸ ਪਰ ਐਸੋ ਥਾਨ ਪ੍ਰਾਪਤ ਹੋਏ ਨ ਫਿਰੇ ਜਹਾਨ। ਆਪਸ ਵਿੱਚ ਦੋਵੇਂ ਆਖਣ ਲੱਗੇ ਅਸੀਂ ਸਾਰਾ ਜਹਾਨ ਫਿਰ ਲਿਆ, ਕਿੰਨਾ ਇਲਾਕਾ ਗਾ ਲਿਆ, ਪਰ ਜੇਕਰ ਹੁਣ ਸਾਰਾ ਸੰਸਾਰ ਵੀ ਗਾ ਲਈਏ ਨਾ ਇਹੋ ਜਿਹਾ ਥਾਂ ਕਿਤੇੋਂ ਪ੍ਰਾਪਤ ਨਹੀਂ ਹੋਵੇਗਾ। ਜਿਮ ਚੰਦੂ ਨੇ ਹਮੋ ਜਨਾਇਓ ਸੋ ਤੀਨੋ ਸ਼ੁਭ ਇਤ ਦ੍ਰਿਸ਼ਟਾਇਓ। ਜਿਵੇਂ ਸਾਨੂੰ ਤੁਰਨ ਲੱਗਿਆ ਚੰਦੂ ਨੇ ਆਖਿਆ ਦੱਸਿਆ ਸੀ, ਉਹ ਤਿੰਨੇ ਚੀਜ਼ਾਂ ਹੀ ਇਸ ਥਾਂ ਤੇ ਸਾਨੂੰ ਦਿਸਦੀਆਂ ਨਜ਼ਰ ਪੈਂਦੀਆਂ ਹਨ। ਹਿਮ ਨਿਸ਼ਚੈ ਕਰ ਕੈ ਮਨ ਮਾਹੂ ਬਹੁਰ ਜਨਾਇਓ ਸ੍ਰੀ ਗੁਰ ਪਾਉ। ਇਸ ਤਰ੍ਹਾਂ ਬ੍ਰਾਹਮਣ ਤੇ ਨਾਈ ਨੇ ਆਪਸ ਵਿੱਚ ਗੱਲਬਾਤ ਕਰਕੇ ਨਿਸ਼ਚਾ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਨਾਇਆ। ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਸ਼ਾਹ ਦੀਵਾਨ ਸੁਤਾ ਕੋ ਨਾਤਾ ਕਰਿਓ ਚਹਿਤ ਹਮ ਤੁਮਰੇ ਤਾਤਾ। ਕੀ ਦੱਸਿਆ ਇਹਨਾਂ ਨੇ ਕਿ ਮਹਾਰਾਜ ਜੀ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ ਹੈ, ਉਹਦੀ ਲੜਕੀ ਦਾ ਨਾਤਾ ਜਿਹੜਾ ਸੰਬੰਧ ਰਿਸ਼ਤਾ ਹੈ, ਕਰਿਓ ਚਾਹਤ ਹਮ ਤੁਮਰੇ ਤਾਤਾ। ਤਾਤਾ ਹੁੰਦਾ ਪੁੱਤਰ, ਅਸੀਂ ਤੁਹਾਡੇ ਸਾਹਿਬਜ਼ਾਦਾ ਪੁੱਤਰ ਦੇ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ। ਹੀਰ ਚੱਲੇ ਅਬ ਦਿੱਲੀ ਜਾਏ ਸਭ ਬਿਰਤਾਂਤ ਕੋ ਤਹਾਂ ਸੁਨਾਏ। ਅਸੀਂ ਆਪ ਜੀ ਦੇ ਸਾਹਿਬਜ਼ਾਦਾ ਜੀ ਨੂੰ ਵੇਖ ਲਿਆ, ਤੱਕ ਲਿਆ ਹੈ। ਹੁਣ ਅਸੀਂ ਇੱਕ ਵਾਰੀ ਸਾਹਿਬਜ਼ਾਦਾ ਨੂੰ ਵੇਖ ਕੇ ਦਿੱਲੀ ਜਾ ਰਹੇ ਹਾਂ ਤੇ ਸਾਰਾ ਬਿਰਤਾਂਤ ਜਾ ਕਰਕੇ ਚੰਦੂ ਨੂੰ ਦੱਸਾਂਗੇ। ਤੀਰ ਨਹੀਂ ਤੂਰਨ ਹਟ ਆਵੇ ਹਮ ਉੱਤਮ ਸੰਬੰਧ ਬਣਾਵੇ। ਅਸੀਂ ਡੇਰੇ ਨਹੀਂ ਲਾਵਾਂਗੇ, ਛੇਤੀ ਵਾਪਸ ਮੁੜ ਕੇ ਆ ਜਾਵਾਂਗੇ ਤੇ ਗੁਰੂ ਘਰ ਦੇ ਨਾਲ ਬੜੇ ਉੱਤਮ ਸੰਬੰਧ ਚੰਗੇ ਰਿਸ਼ਤੇ ਕਾਇਮ ਕਰਾਂਗੇ। ਸ਼੍ਰੀ ਅਰਜਨ ਦੋਨੋਂ ਸੰਗ ਭਾਖਾ ਹੋਵੇ ਸੋ ਜੋ RAM ਰਚ ਰਾਖਾ। ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਦੋਵਾਂ ਲਾਗੀਆਂ ਤਾਈ ਕਹਿਣ ਲੱਗੇ, ਭਲਿਓ ਲੋਕੋ ਤੁਸੀਂ ਆਏ ਜੇ, ਪਰ ਹੋਣਾ ਉਹ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇਗਾ, ਜੋ ਪਰਮੇਸ਼ਰ ਕਰੇਗਾ ਉਹੀ ਹੋਵੇਗਾ। ਹੋਵੇ ਸੋ ਜੋ RAM ਰਚ ਰਾਖਾ, ਜੋ ਵਾਹਿਗੁਰੂ ਨੇ ਰਚ ਰੱਖਿਆ, ਜੋ ਵਾਹਿਗੁਰੂ ਨੇ ਵਿਧ ਬਣਾ ਦਿੱਤੀ ਹੈ ਨਾ ਧੁਰੋਂ, ਉਹੀ ਹੋ ਕਰਕੇ ਰਵੇਗਾ। ਪਰਮੇਸ਼ਰ ਸਭ ਬਨਤ ਬਨਾਈ ਭਲੀ ਜੋ ਹੋਏ ਕਰਤ ਵਿਦ ਸਾਈ। ਜੋ ਸਾਰੀ ਬਣਤ ਬਨਾਵਟ ਪਰਮੇਸ਼ਰ ਨੇ ਬਣਾਈ ਹੈ, ਜੋ ਭਲੀ ਹੁੰਦੀ ਹੈ ਪਰਮੇਸ਼ਰ ਕਰਤ ਵਿਦ ਸਾਈ, ਉਹੀ ਵਿਧੀ ਕਰਦਾ ਜੋ ਉਹਨੂੰ ਚੰਗਾ ਲੱਗਦਾ ਹੈ। ਹਿਮ ਕਹਿ ਲਾਗ ਦੀਨ ਜਬ ਲਾਗੇ ਲਿਓ ਨ ਤਿਨੋ ਕਹਿਤ ਗੁਰ ਆਗੇ। ਇਸ ਤਰ੍ਹਾਂ ਕਹਿ ਕੇ ਉਹ ਲਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਲ ਲਾਗੀਆਂ ਨੂੰ ਲਾਗ ਦੇਣ ਲੱਗੇ, ਕੁਛ ਮਾਇਆ ਗੁਰੂ ਘਰੋਂ ਦੇਣ ਲੱਗੇ। ਇਹਨਾਂ ਨੇ ਉਹ ਲਾਗ ਨਹੀਂ ਲਿਆ, ਕਹਿਣ ਲੱਗੇ ਕਹਿਤ ਗੁਰ ਆਗੇ ਸਾਹਿਬਾਂ ਦੇ ਸਾਹਮਣੇ ਬੇਨਤੀ ਕੀਤੀ। ਜਬ ਐ ਹੈ ਹਮ ਦੂਸਰ ਬਾਰੀ ਤਬ ਕਰ ਹੈ ਜਿਮ ਆਪ ਉਚਾਰੀ। ਕਹਿਣ ਲੱਗੇ ਮਹਾਰਾਜ ਹੁਣ ਅਸੀਂ ਦਿੱਲੀ ਜਾ ਰਹੇ ਹਾਂ ਤੇ ਜਦੋਂ ਦੁਬਾਰਾ ਆਵਾਂਗੇ ਨਾ ਫਿਰ ਅਸੀਂ ਜੋ ਵੀ ਕਾਰ ਵਿਹਾਰ ਸ਼ਗਨ ਨੇ ਲਾਗ ਦਾ ਲੈਣ ਦੇਣ ਉਹ ਅਸੀਂ ਸਾਰਾ ਕਰਨਾ ਕਰਾਂਗੇ। ਤਬ ਕਰ ਹੈ ਜਿਵੇਂ ਆਪ ਉਚਾਰੇ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਫਿਰ ਅਸੀਂ ਕਰਾਂਗੇ। ਮਸਤਕ ਟੇਕ ਵਿਸਰਜਨ ਹੋਏ ਗਮਨੇ ਤੂਰਨ ਦਿੱਲੀ ਦੋਏ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਇਹ ਦੋਵੇਂ ਲਾਗੀ ਆਪਣੇ ਸਾਥੀਆਂ ਸਮੇਤ ਵਿਸਰਜਨ ਹੋਏ। ਵਿਸਰਜਨ ਦਾ ਅਰਥ ਹੁੰਦਾ ਵਿਦਾ ਹੋ ਗਏ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲਾ ਪਾ ਕੇ ਦਿੱਲੀ ਨੂੰ ਚਲੇ ਗਏ
ਗਮਣੇ ਤੂਰਨ ਛੇਤੀ ਨਾਲ ਗਏ ਦਿੱਲੀ ਦੋਏ, ਦਿੱਲੀ ਨੂੰ ਦੋਵੇਂ ਚਲੇ ਗਏ ਆਪਣੇ ਸਾਥੀਆਂ ਸਮੇਤ। ਜਾ ਕੇ ਜਿਵੇਂ ਚੰਦੂ ਨੂੰ ਮਿਲੇ, ਸਾਰੀ ਗੱਲਬਾਤ ਕਰਕੇ ਵਾਪਸ ਆਏ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੰਦੂ ਦੀ ਲੜਕੀ ਦਾ ਮੰਗਣਾ ਕਰਨ ਲੱਗੇ ਹਨ। ਨਾਲ ਹੀ ਦੁਸ਼ਟ ਚੰਦੂ ਨੇ ਜੋ ਕਬੋਲ ਗੁਰੂ ਘਰ ਵਾਸਤੇ ਨੀਵੇਂ ਪੱਧਰ ਦੇ ਸ਼ਬਦ ਬੋਲੇ, ਗੁਰੂ ਕੀਆਂ ਸਿੱਖ ਸੰਗਤਾਂ ਨੇ ਉਹ ਸ਼ਬਦ ਸੁਣੇ, ਉਹ ਬੋਲ ਸੁਣੇ। ਸਤਿਗੁਰੂ ਪਾਤਸ਼ਾਹ ਜੀ ਨੂੰ ਚਿੱਠੀ ਭੇਜੀ, ਖਬਰ ਆਈ ਸਾਹਿਬਾਂ ਦੇ ਪਾਸ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਫਿਰ ਸਿੱਖ ਸੰਗਤਾਂ ਦੀ ਉਹ ਕੱਲੀ ਹੋਈ ਅਰਦਾਸ ਪੜ੍ਹੀ ਹੈ। ਸਗਾਈ ਦੀ ਤਿਆਰੀ ਹੋ ਰਹੀ ਸੀ, ਸਾਰੇ ਕਾਰ ਵਿਹਾਰ ਹੋਣ ਵਾਲੇ ਸਨ। ਜਦੋਂ ਸਿੱਖ ਸੰਗਤਾਂ ਦੀ ਪਹੁੰਚੀ ਹੋਈ ਚਿੱਠੀ ਨੇ ਜੋ ਅਕਾਲ ਪੁਰਖ ਨੂੰ ਭਾਉਂਦਾ ਸੀ, ਉਹ ਸਾਰਾ ਕਾਰ ਜਿਵੇਂ ਹੋਣਾ ਸੀ ਉਹ ਹੋਇਆ। ਪ੍ਰਸੰਗ ਦੀ ਸਮਾਪਤੀ ਹੋਈ ਹੈ। ਨਵੇਂ ਪ੍ਰਸੰਗ ਦੇ ਅੰਦਰ ਭਾਈ ਸਾਹਿਬ ਜੀ ਇਹ ਗੁਰੂ ਕਾ ਇਤਿਹਾਸ ਅੱਗੇ ਸਾਨੂੰ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਜੀ ਦੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। जब ऐ हैं हम दूसर बारी, तब कर हैं जिम आप उचारी। मस्तक टेक विसर्जन होए, गमने तूरन दिल्ली दोए। वाहे गुरु
ਬ੍ਰਹਮ ਅਬਨਾਸੀ ਅਗਨਾਸ हे पूरन हे ਸਰਬ ਮੈਂ ਦੁਖ ਭੰਜਨ ਗੁਣ ਤਾਸ हे ਸੰਗੀ हे ਨਿਰੰਕਾਰ हे ਨਿਰਗੁਣ ਸਭ ਟੇਕ हे ਗੋਬਿੰਦ हे ਗੁਣ ਨਿਦਾਨ ਜਾ ਕੈ ਸਦਾ ਵਿਵੇਕ हे अपरंपर हर हरे ਪੀ ਹੋਵਨਹਾਰ हे संत कै सदा संग नेदारा ਆਧਾਰ हे ठाकुर हाँ दास रो मैं निर्गुण गुण नहीं ਕੋਈ नानक दीजै नाम दान राखो हिय ਪਰੋਏ आए प्रभ शरणागति कृपा निध ਦਇਆਲ एक अखर हार मान बसत नानक होत ਨਿਹਾਲ वाहिगुरु नाम जहाज है ਜੜੇ ਸੋਤਰੇ ਪਾਰ जो शरदा कार सेवा दे ਗੁਰ ਪਾਰ ਉਤਾਰਨ ਹਾਰ जो शरदा कार सेवा दे ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।